ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗਿਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਲਗਾਈ ਜਾ ਰਹੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਅਸੀਂ ਰੋਜ਼ ਗੁਰੂ ਦੀਆਂ ਕਥਾ ਕਹਾਣੀਆਂ ਕਰਨ ਲਈ, ਸੁਣਨ ਲਈ, ਵਿਚਾਰਨ ਲਈ ਇਕੱਠੇ ਹੁੰਦੇ ਹਾਂ। ਰੱਬੀ ਬੋਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਈ ਬਾਣੀ ਆਨੰਦ, ਜੋ ਰਾਮਪੀ ਰਾਗ ਵਿੱਚ ਦਰਜ ਹੈ, ਜਿਸ ਦੀ ਸ਼ਬਦਾਵਲੀ ਤੋਂ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਬੜੀ ਸਰਲ ਬਾਣੀ ਹੈ, ਲੇਕਿਨ ਜਦੋਂ ਅਸੀਂ ਭਾਵ-ਅਰਥ ਇਸ ਬਾਣੀ ਦੇ ਵਿਚਾਰਦੇ ਹਾਂ ਤਾਂ ਬੜੇ ਸਿਧਾਂਤ ਗੁਰਮਤਿ ਦੇ ਇਸ ਬਾਣੀ ਵਿੱਚ ਸਾਨੂੰ ਦ੍ਰਿੜ ਕਰਾਏ ਗਏ ਹਨ। ਇਸ ਬਾਣੀ ਦੇ ਵਿਚਾਰ ਅਸੀਂ ਲੜੀਵਾਰ ਸ਼ੁਰੂ ਕੀਤੀ ਹੈ। 23ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋਣੀ ਹੈ। 22 ਪੌੜੀਆਂ ਦੀ ਵਿਚਾਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਸ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋਏਗੀ। ਇਸ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਨਿਭਾ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਇਹ ਵਿਚਾਰ ਆਰੰਭ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਅੱਜ ਆਪਾਂ ਆਨੰਦ ਸਾਹਿਬ ਜੀ ਦੀ 23ਵੀਂ ਪੌੜੀ ਦੇ ਵਿਚਾਰ ਸ਼ੁਰੂ ਕਰਨੀ ਹੈ। ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਇੱਕ ਵਾਰੀ ਪਾਠ ਕਰ ਲਈਏ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਇਹ ਜੋ ਪੌੜੀ ਜਿਸ ਦੀ ਆਪਾਂ ਵਿਚਾਰ ਅੱਜ ਕਰਨੀ ਹੈ, ਇਹ ਆਨੰਦ ਸਾਹਿਬ ਜੀ ਦੀਆਂ ਉਹਨਾਂ ਪੌੜੀਆਂ ਵਿੱਚੋਂ ਹੈ ਜਿਨ੍ਹਾਂ ਨੂੰ ਅਸੀਂ ਅਕਸਰ ਬਾਰ-ਬਾਰ ਕੋਟ ਕਰਦੇ ਰਹਿੰਦੇ ਹਾਂ। ਔਰ ਇਹਦੇ ਵਾਸਤੇ ਸਾਨੂੰ ਇਹਦੀ ਬੈਕਗਰਾਉਂਡ ਵੀ ਦੱਸੀ ਜਾਂਦੀ ਹੈ ਆਮ ਤੌਰ ਦੇ ਉੱਤੇ। ਤੋ ਇਹਦੀ ਥੋੜੀ ਜਿਹੀ ਬੈਕਗਰਾਉਂਡ ਦੀ ਵਿਚਾਰ ਕਰਨੀ ਬਣਦੀ ਹੈ, ਕਿਉਂਕਿ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਜੋ ਪੌੜੀਆਂ ਹਨ, ਇਹ ਸਤਿਗੁਰੂ ਜੀ ਨੇ ਜੋ ਉਚਾਰੀਆਂ ਹਨ, ਇਹਨਾਂ ਦਾ ਆਖਰੀ ਰਿਜ਼ਲਟ ਜੋ ਨਿਕਲਿਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਵਿੱਚ ਨਿਕਲਿਆ। ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖੀ ਜਿਵੇਂ ਪ੍ਰਫੁੱਲਤ ਹੋਈ, ਤਾਂ ਜਿਵੇਂ ਕਿ ਆਮ ਦੁਨੀਆ ਦੇ ਵਿੱਚ ਹੁੰਦਾ ਹੈ, ਸਿੱਖੀ ਦਾ ਨਾਮ ਲੈ ਕੇ, ਗੁਰੂ ਨਾਨਕ ਸਾਹਿਬ ਦੇ ਨਾਮ ਦਾ ਫਾਇਦਾ ਉਠਾ ਕੇ ਕੁਝ ਲੋਕਾਂ ਨੇ ਆਪਣੀਆਂ ਰਚਨਾਵਾਂ ਨਾਨਕ ਛਾਪ ਦੇ ਅੰਦਰ ਵੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਜੋ ਇੱਕ ਮਾੜੀ ਪ੍ਰਥਾ ਜੋ ਹੈ, ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਚੱਲਣੀ ਸ਼ੁਰੂ ਹੋ ਗਈ ਸੀ। ਹਾਲਾਂਕਿ ਸਿੱਖ ਇਹਦੇ ਬਾਰੇ ਬਹੁਤ ਸੁਚੇਤ ਰਹੇ, ਪਰ ਸਮੇਂ ਦੇ ਨਾਲ ਇਹ ਵੱਧਦੀ ਗਈ। ਪਰ ਤਕਰੀਬਨ ਆਪਾਂ ਇਉਂ ਸਮਝੀਏ ਕਿ ਗੁਰੂ ਨਾਨਕ ਸਾਹਿਬ ਜੀ ਦੇ
ਜੋਤੀ ਜੋਤ ਸਮਾਨ ਤੋਂ 70-80 ਸਾਲ ਬਾਅਦ ਤਾਂ ਇਹ ਜਿਹੜੀ ਗੱਲ ਸੀ ਇਹ ਬਹੁਤ ਵੱਧ ਗਈ ਜਦੋਂ ਪ੍ਰਿਥੀ ਚੰਦ ਜੀ ਨੂੰ ਗੁਰਗੱਦੀ ਨਾ ਮਿਲਣ ਦਾ ਰੋਸ ਸੀ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦਾ ਬੇਟਾ ਮਿਹਰਬਾਨ, ਪ੍ਰਿਥੀ ਚੰਦ ਜੀ ਦਾ ਦੂਜਾ ਭਰਾ ਮਹਾਦੇਵ, ਮਿਹਰਬਾਨ ਦਾ ਪੁੱਤਰ ਹਰਜੀ ਅਤੇ ਹੋਰ ਕਈ ਸੋਢੀ ਪਰਿਵਾਰ ਦੇ ਕਈ ਲੋਕਾਂ ਨੇ ਇਹ ਜੋ ਪ੍ਰੋਪਰਟੀ ਸੀ ਇਹਨੂੰ ਬਹੁਤ ਵੱਡੇ ਸਕੇਲ ਦੇ ਉੱਤੇ ਕੀਤਾ ਤੇ ਨਾਨਕ ਛਾਪ ਦੇ ਅੰਦਰ ਬਹੁਤ ਸਾਰੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ। ਤੋ ਇਸ ਤਰ੍ਹਾਂ ਇਹ ਜੋ ਉਸ ਵੇਲੇ ਵੀ ਤੇ ਤੀਜੇ ਪਾਤਸ਼ਾਹ ਦੇ ਸਮੇਂ ਦੇ ਵਿੱਚ ਵੀ ਜਿਹੜੀ ਇਹ ਪ੍ਰੋਬਲਮ ਚੱਲ ਰਹੀ ਸੀ, ਇਹ ਦੱਸਿਆ ਜਾਂਦਾ ਕਿ ਇਹ ਦੋ ਪੌੜੀਆਂ ਜਿਨ੍ਹਾਂ ਦੀ ਆਪਾਂ ਅੱਜ ਵਿਚਾਰ ਕਰਨੀ ਹੈ, ਇਹ ਦੋਨੋਂ ਪੌੜੀਆਂ ਉਸੇ ਪ੍ਰੋਬਲਮ ਨੂੰ ਹੀ ਮੁੱਖ ਰੱਖ ਕੇ ਉਚਾਰੀਆਂ ਗਈਆਂ ਸੀ। ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਹੈ ਤੇ ਸਾਨੂੰ ਇਹਦੇ ਉੱਤੇ ਇਤਰਾਜ਼ ਕਰਨ ਦੀ ਕੋਈ ਲੋੜ ਨਹੀਂ ਹੈ ਕਿਸੇ ਵੀ ਢੰਗ ਦੇ ਨਾਲ, ਪਰ ਹਾਂ ਜੇ ਇਸ ਬਾਣੀ ਦੀ ਇੰਪੋਰਟੈਂਸ ਨੂੰ, ਇਹਨਾਂ ਪੌੜੀਆਂ ਦੀ ਇੰਪੋਰਟੈਂਸ ਨੂੰ ਸਿਰਫ ਇੱਥੇ ਤੱਕ ਸੀਮਿਤ ਕਰ ਦੇਣਾ ਇਹ ਸਹੀ ਨਹੀਂ ਹੈ, ਕਿਉਂਕਿ ਇਹਨਾਂ ਪੌੜੀਆਂ ਦੇ ਵਿੱਚ ਜੋ ਵਿਸ਼ਾ ਹੈ ਇਸ ਤੋਂ ਕਿਤੇ ਵਿਸ਼ਾਲ ਹੈ। ਇੱਥੇ ਬਾਣੀ ਦੀ ਮਹੱਤਤਾ ਦੱਸੀ ਹੈ, ਇਹਦੇ ਵਿੱਚ ਅੱਗੇ ਚੱਲ ਕੇ ਹੋਰ ਅਸੀਂ ਵਿਚਾਰ ਕਰਾਂਗੇ ਅਗਲੀਆਂ ਪੌੜੀਆਂ ਜਦੋਂ ਅੱਗੇ ਆਉਣਗੀਆਂ ਕਿ ਸਿਰਫ ਇਹੀ ਨਹੀਂ, ਸਤਿਗੁਰੂ ਜੀ ਨੇ ਵੀ ਦੱਸਿਆ ਹੈ ਕਿ ਸਿਰਫ ਗੁਰਬਾਣੀ ਦਾ ਕੰਪੈਰੀਜ਼ਨ ਅਸੀਂ ਉਹ ਕੱਚੀ ਬਾਣੀ ਜਿਹੜੀ ਕਿ ਇਹਨਾਂ ਸੋਢੀਆਂ ਦੋਖੀਆਂ ਵੱਲੋਂ ਲਿਖੀ ਜਾ ਰਹੀ ਸੀ, ਸਿਰਫ ਉੱਥੇ ਤੱਕ ਗੱਲ ਨਹੀਂ ਹੈ। ਇੱਥੇ ਸਤਿਗੁਰੂ ਜੀ ਨੇ ਬਾਣੀ ਦੀ ਜੋ ਮਹੱਤਤਾ ਹੈ ਉਹ ਗੁਣਾਂ ਤੇ ਆਧਾਰਿਤ ਦੱਸੀ ਹੈ। ਜਿਵੇਂ ਕਿ ਆਪਾਂ ਵਿਚਾਰ ਕਰਾਂਗੇ ਇਹ ਗੱਲ ਹੋਰ ਸਪਸ਼ਟ ਹੋ ਜਾਏਗੀ ਕਿ ਇਹ ਗੁਣਾਂ ਦੇ ਆਧਾਰਿਤ ਉੱਤੇ ਹੈ ਕਿ ਬਾਣੀ ਦੇ ਗੁਣ ਕੀ ਹਨ, ਸੱਚੀ ਬਾਣੀ ਦੇ ਗੁਣ ਕੀ ਹਨ ਤੇ ਕੱਚੀ ਬਾਣੀ ਦੇ ਗੁਣ ਕੀ ਹਨ। ਤੋ ਸਾਨੂੰ ਸੱਚੀ ਬਾਣੀ ਨਾਲ ਜੁੜਨ ਦੀ ਜੋ ਸਤਿਗੁਰੂ ਜੀ ਨੇ ਪ੍ਰੇਰਨਾ ਦਿੱਤੀ ਹੈ ਉਹ ਸਿਰਫ ਉਹ ਕੱਚੀ ਬਾਣੀ ਤੋਂ ਤੋੜ ਕੇ ਨਹੀਂ, ਸਗੋਂ ਹੋਰ ਧਰਮ ਗ੍ਰੰਥਾਂ ਦੀਆਂ ਉਹਨਾਂ ਬਾਣੀਆਂ ਦੇ ਉਹਨਾਂ ਤੋਂ ਵੀ ਤੋੜਨ ਦੀ ਗੱਲ ਹੈ ਜਿਹੜੀਆਂ ਸਾਨੂੰ ਪ੍ਰਭੂ ਦੇ ਨਾਲ ਨਹੀਂ ਜੋੜਦੀਆਂ। ਇਹਦੇ ਵਿੱਚ ਹੋਰ ਥਾਵਾਂ ਦੇ ਉੱਤੇ ਗੁਰਬਾਣੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਦੱਸਿਆ ਗਿਆ ਹੈ ਵੇਦ, ਕਤੇਬ, ਸਿਮਰਤ, ਸ਼ਾਸਤ, ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਹੈ। ਤੋ ਅਸੀਂ ਗੱਲ ਕਰਨੀ ਹੈ ਅੱਜ ਬਾਣੀ ਦੇ ਉਹਨਾਂ ਗੁਣਾਂ ਦੀ ਜਿਨ੍ਹਾਂ ਦੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਸੱਚੀ ਬਾਣੀ ਹੈ, ਇਹ ਕੱਚੀ ਬਾਣੀ ਨਹੀਂ ਹੈ। ਆਓ ਇਹਦਾ ਵਿਚਾਰ ਕਰੀਏ ਤਾਂ ਕਿ ਗੱਲ ਹੋਰ ਸਪਸ਼ਟ ਹੋਵੇ। ਪਰ ਇੱਕ ਗੱਲ ਬੜੀ ਸਾਡੇ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ ਇਹ ਸਿਰਫ ਲਿਖੀ ਜਾ ਰਹੀ ਗੁਰਬਾਣੀ ਦੀ ਨਕਲ ਕਰਕੇ ਲਿਖੀ ਜਾ ਰਹੀ ਦੋਖੀਆਂ ਵੱਲੋਂ, ਸੋਢੀਆਂ ਵੱਲੋਂ ਜੋ ਕੱਚੀ ਬਾਣੀ ਲਿਖੀ ਜਾ ਰਹੀ ਸੀ, ਅਸੀਂ ਇਹਦੇ ਅਰਥ ਸਿਰਫ ਉੱਥੇ ਤੱਕ ਸੀਮਿਤ ਨਹੀਂ ਕਰਨੇ, ਸਗੋਂ ਇਹ ਉਸ ਤੋਂ ਵੱਡੀ ਵਿਸ਼ਾਲ ਦ੍ਰਿਸ਼ਟੀ ਜੋ ਸਤਿਗੁਰੂ ਜੀ ਨੇ ਇੱਥੇ ਵਰਤੀ ਹੈ ਅਸੀਂ ਉਹਦੇ ਨਾਲ ਜੁੜਨਾ। ਸਤਿਗੁਰੂ ਜੀ ਫਰਮਾ ਰਹੇ ਹਨ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇੱਥੇ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ ਸੱਚੀ ਬਾਣੀ। ਸੱਚੀ ਬਾਣੀ ਉਹ ਹੈ ਜੋ ਸੱਚ ਨਾਲ ਜੋੜਦੀ ਹੈ। ਸੱਚ ਪ੍ਰਭੂ ਹੈ ਤਾਂ ਸੱਚੀ ਬਾਣੀ ਉਹ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲੀ ਬਾਣੀ ਹੈ। ਕਿਹੜੇ ਪ੍ਰਭੂ ਦੀ? ਜਿਹੜਾ ਸਦਾ ਥਿਰ ਪ੍ਰਭੂ ਹੈ, ਸੱਚਾ ਪ੍ਰਭੂ ਹੈ, ਜਿਹੜਾ ਸਦਾ ਥਿਰ ਹੈ। ਉਸ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਜਿਹੜੀ ਉਸ ਪ੍ਰਭੂ ਦੀ ਸਿਫਤ ਸਲਾਹ ਨਾਲ ਜੋੜਦੀ ਹੈ, ਉਸ ਪ੍ਰਭੂ ਦੇ ਨਾਲ ਜੋੜਦੀ ਹੈ, ਉਸ ਬਾਣੀ ਨੂੰ ਸਤਿਗੁਰੂ ਜੀ ਨੇ ਸੱਚੀ ਬਾਣੀ ਕਿਹਾ ਹੈ। ਤੋ ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਕਿ ਹੇ ਸਤਿਗੁਰੂ ਦੇ ਪਿਆਰੇ ਸਿੱਖੋ ਆਓ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਆਓ ਤੇ ਉਹ ਬਾਣੀ ਗਾਓ ਜਿਹੜੀ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਲ ਜੋੜਨ ਵਾਲੀ ਬਾਣੀ ਹੈ। ਆਓ ਇਕੱਠੇ ਹੋ ਕੇ ਆਓ, ਆਓ ਆਪਾਂ ਰਲ ਮਿਲ ਕੇ ਉਹ ਬਾਣੀ ਗਾਈਏ ਜਿਹੜੀ ਸੱਚੇ ਪ੍ਰਭੂ, ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਲ ਜੋੜਦੀ ਹੈ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਗੁਰੂ ਕੇਰੀ ਭਾਵ ਗੁਰੂ ਦੀ ਰਚੀ ਹੋਈ ਬਾਣੀ, ਭਾਵ ਗੁਰਬਾਣੀ, ਭਾਵ ਸੱਚੇ ਗੁਰੂ ਸਤਿਗੁਰੂ ਦੀ ਰਚੀ ਹੋਈ ਬਾਣੀ।
तो आओ सतगुरु कह रहे हैं कि आओ बाणी गाओ। केड़ी बाणी गाओ? बाणी गाओ अपने गुरु दी। क्यों? क्योंकि ये बाणियां सिर बाणी, सिर का मतलब हुंदा है सिर उत्ते भाव सब तो उच्ची, सब तो श्रेष्ठ, श्रोमणी। आओ अपने गुरु दी बाणी गाओ, गुरबाणी गाओ, क्योंकि ये बाणी सारियां ही बाणियां नालों श्रोमणी है। तो ये बाणी जिहड़ी है ये गान दी सतगुरु जी ने सानू प्रेरणा की है। दो गल्लां हो गईयां इहदे विच। पहलां ते ਉਹ ਬਾਣੀ ਜਿਹੜੀ सच प्रभु नाल, सत प्रभु सदा थिर रहन वाले प्रभु नाल जोड़दी है। ते दूजी गल हो गई ਜਿਹੜੀ ਬਾਣੀ गुरु केरी है, भाव सतगुरु जी की उचारी हुई बाणी है, सतगुरु जी की बाणी है, गुरबाणी जिन्हों असीं कहंदे हां। ये गाओ क्योंकि ये ही श्रोमणी बाणी है। सतगुरु कहते हैं कि जिनको नदर करम होवे हिरदै तिना समानी। गुरमत दे विच मेहर दा, बख्शिश दा हर थां दे उत्ते सानू एक कंसैप्ट दिता गया है कि असीं धर्म दे रस्ते उत्ते तुरना है तो सानू अकाल पुरख दी मेहर, बख्शिश, मेहर दी नज़र दी लोड़ है। ਉਹੀ गल सतगुरु इत्थे कर रहे हैं कि नदर दा अर्थ है मेहर दी नज़र, ते करम अरबी फारसी का शब्द है जिसका अर्थ हुंदा है बख्शिश। तो सतगुरु कहते हैं कि जिन्हां दे उत्ते प्रभु की मेहर की नज़र हो जाए, बख्शिश हो जाए, हिरदै तिना समानी, उन्हां दे हिरदे विच ही ये बाणी टिकदी है, उन्हां दे हिरदे विच ये बाणी टिक जाती है जिन्हां दे उत्ते प्रभु की मेहर होवे, बख्शिश होवे, नदर करम हो। तो सतगुरु जी कह रहे हैं कि आओ वो बाणी गाओ जिहड़ी अकाल पुरख नाल, वाहिगुरु नाल, प्रभु नाल जोड़े। ओ आओ वो बाणी गाओ जिहड़ी सतगुरु जी की उचारी हुई होवे, गुरबाणी होवे, पर यह बाणी जिहड़ी है हिरदे विच उसदे टिकदी है, जिहदे उत्ते नदर करम भाव बख्शिश की नज़र होवे, बख्शिश हो जावे, ते फिर ये बाणी हिरदे विच टिक जाती है। तो भाव यह है कि जिहड़ी बाणी प्रभु नाल जोड़दी है वो बाणी जदों हिरदे विच टिक जाती है तो फिर ये प्रभु मिलाप का रस्ता साडा साफ हो जाता है। सतगुरु अगे कह रहे हैं, पीवो अमृत सदा रहो हर रंग, जपियो सारंग पानी। इत्थे सतगुरु जी अमृत का जो शब्द है इहदे अर्थ तां जिवें आपां अगे डिस्कस कीता सी कि अमृत दे अर्थ तां वो जल है जिहड़ा मौत तो मुक्ति दे देवे, पर गुरमत दे विच ये वो अमृत है जो आत्मक मौत तो बचा के प्रभु दे नाल मिलाप वाला आनंद बख्शता है। तो पीवो अमृत भाव है कि वो अमृत जल, नाम जल, प्रभु नाल मिलाउण वाला, आत्मक मौत तो बचाउण वाला, आत्मक आनंद देण वाला जिहड़ा अमृत जल है वो पीवो। पर पीवो किस तरह? अगे दो गल्लां सतगुरु जी ने कहियां हन, सदा रहो हर रंग ते जपियो सारंग पानी। हर रंग का अर्थ है हरि दे प्यार दे विच, प्रभु दे प्यार दे विच रंगे जाना, प्रभु दा प्यार हो जाना, उस दे रंग दे विच रंगे जाना। जपियो सारंग पानी, सारंग पानी दे शाब्दिक अर्थ हन वो जिन्हें धनुख धारण किया होवे, पर इत्थे अकाल पुरख वास्ते ये शब्द वरत्या गया है। तो सतगुरु जी कह रहे हैं कि उस प्रभु का सिमरन करो, जपो उसनू, उसकी याद नू अपने मन दे विच वसाओ, सदा उहदे रंग दे विच रंगे रहो, सदा रहो हर रंग। तो उहदा नाम सिमरो, उहदे प्यार दे विच सदा जुड़े रहो, रंगे रहो, ते इह आनंद देण वाला, आत्मक आनंद देण वाला, आत्मक जीवन देण वाला, आत्मक हुलारा देण वाला जो जल है, नाम जल है, जिन्हों अमृत सतगुरु ने कहा वो पीओ। भाव ये जो अमृत है इनू पीण दे वास्ते, इनू अपने अंदर प्रगट करके उहदे विच मगन होण दे वास्ते
ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ ਤੇ ਉਹਦੇ ਪਿਆਰ ਦੇ ਰੰਗ ਦੇ ਵਿੱਚ ਸਦਾ ਜੁੜੇ ਰਹੋ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਤੋ ਨਾਨਕ ਆਖਦਾ ਹੈ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਕਹਿ ਰਹੇ ਹਨ ਕਿ ਹੇ ਗੁਰ ਸਿੱਖੋ, ਤੁਸੀਂ ਪ੍ਰਭੂ ਦੀ ਸਿਫਤ ਸਲਾਹ ਵਾਲੀ ਇਹ ਜੋ ਬਾਣੀ ਹੈ, ਇਹ ਜੋ ਸੱਚੀ ਬਾਣੀ ਹੈ, ਜੋ ਸੱਚੇ ਪ੍ਰਭੂ ਦੇ ਨਾਲ ਜੋੜਦੀ ਹੈ, ਜਿਹਦੇ ਵਿੱਚ ਆਤਮਿਕ ਆਨੰਦ ਹੈ, ਜਿਹੜੀ ਇਸ ਅੰਮ੍ਰਿਤ ਤੱਕ ਪਹੁੰਚਾਉਣ ਵਾਲੀ ਬਾਣੀ ਹੈ, ਇਸ ਬਾਣੀ ਨੂੰ ਸਦਾ ਗਾਵੋ, ਸਦਾ ਇਹਦੇ ਨਾਲ ਜੁੜੇ ਰਹੋ। ਤੋ ਇਹ ਜੋ ਪੌੜੀ ਹੈ ਛੋਟੀ ਜਿਹੀ ਪੰਜ ਪੰਕਤੀਆਂ ਦੀ, ਤੇ ਇਹਦੇ ਚੋਂ ਸਾਨੂੰ ਜੋ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਉਹਦੀ ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਸਿਫਤ ਸਲਾਹ ਵਾਲੀ ਬਾਣੀ ਜੋ ਹੈ ਉਹ ਟਿਕ ਜਾਂਦੀ ਹੈ। ਇਹ ਸੱਚੀ ਬਾਣੀ ਜਿਸ ਨੂੰ ਸਤਿਗੁਰੂ ਇੱਥੇ ਕਹਿ ਰਹੇ ਹਨ, ਉਸ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਉਹਨਾਂ ਦੇ ਹਿਰਦੇ ਦੇ ਵਿੱਚ ਟਿਕ ਜਾਂਦੀ ਹੈ। ਭਾਵ ਉਹਨਾਂ ਦੇ ਹਿਰਦੇ ਵਿੱਚ ਗੁਰਬਾਣੀ ਵਸ ਜਾਂਦੀ ਹੈ। ਉਹਨਾਂ ਦੇ ਜੀਵਨ ਦੇ ਹਰ ਪੱਖ ਦੇ ਵਿੱਚ ਇਹ ਗੁਰਬਾਣੀ ਆਪ ਉਹਨਾਂ ਦੇ ਕਰਮਾਂ ਰਾਹੀਂ ਪ੍ਰਗਟ ਹੋਣਾ ਸ਼ੁਰੂ ਹੋ ਜਾਂਦੀ ਹੈ। ਗੁਰਬਾਣੀ ਹਿਰਦੇ ਵਿੱਚ ਵਸਣ ਦਾ ਇਹੀ ਅਰਥ ਹੈ ਕਿ ਜਦੋਂ ਸਾਡੇ ਜੀਵਨ ਦੇ ਵਿੱਚੋਂ ਗੁਰਬਾਣੀ ਦੇ ਜੋ ਸਿਧਾਂਤ ਹਨ, ਜੋ ਪ੍ਰਿੰਸੀਪਲਸ ਹਨ, ਜਦੋਂ ਸਾਡੇ ਜੀਵਨ ਦੇ ਵਿੱਚੋਂ ਉਹ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ, ਕਿਉਂਕਿ ਜਿਹੜੀ ਗੱਲ ਸਾਡੇ ਹਿਰਦੇ ਵਿੱਚ ਹੁੰਦੀ ਹੈ ਉਹ ਬਾਹਰ ਸਾਡੇ ਕਰਮਾਂ ਰਾਹੀਂ ਪ੍ਰਗਟ ਹੁੰਦੀ ਹੈ। ਤਾਂ ਸਤਿਗੁਰੂ ਕਹਿ ਰਹੇ ਹਨ ਕਿ ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਇਹ ਜੋ ਸੱਚੀ ਬਾਣੀ ਹੈ, ਇਹ ਬਾਣੀ ਜੋ ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੋੜਦੀ ਹੈ, ਸਦਾ ਥਿਰ ਪ੍ਰਭੂ ਦੇ ਨਾਲ ਜੋੜਦੀ ਹੈ, ਉਹਦੀ ਸਿਫਤ ਸਲਾਹ ਦੇ ਨਾਲ ਜੋੜਦੀ ਹੈ, ਇਹ ਬਾਣੀ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੀ ਹੈ। ਭਾਵ ਉਹਦੀ ਕਿਰਪਾ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ, ਉਹਦੀ ਨਦਰ ਕਰਮ ਦੇ ਨਾਲ ਉਹ ਇਸ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹਨ। ਤੇ ਇਹਦੇ ਰਾਹੀਂ ਆਤਮਿਕ ਆਨੰਦ ਦੇਣ ਵਾਲਾ ਜੋ ਨਾਮ ਜਲ ਉਹਨਾਂ ਨੂੰ ਮਿਲਦਾ ਹੈ, ਅੰਮ੍ਰਿਤ ਮਿਲਦਾ ਹੈ, ਉਹ ਇਸ ਬਾਣੀ ਰਾਹੀਂ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਔਰ ਉਹ ਸਦਾ ਇਹ ਬਾਣੀ ਦੇ ਨਾਲ ਜੁੜ ਕੇ ਉਹ ਸਦਾ ਇਹ ਅੰਮ੍ਰਿਤ ਪੀਂਦੇ ਹਨ, ਨਾਮ ਜਲ ਪੀਂਦੇ ਹਨ। ਭਾਵ ਨਾਮ ਦੇ ਰਾਹੀਂ ਉਸ ਪ੍ਰਭੂ ਨਾਲ ਜੁੜੇ ਰਹਿ ਕੇ ਉਹਦੇ ਮਿਲਾਪ ਦਾ ਜੋ ਆਨੰਦ ਹੈ, ਉਹ ਅੰਮ੍ਰਿਤ ਹੈ, ਉਹ ਪੀਂਦੇ ਰਹਿੰਦੇ ਹਨ ਔਰ ਇਹ ਸਦਾ ਪੀਂਦੇ ਰਹਿੰਦੇ ਹਨ। ਸਦਾ ਗਾਵੋ ਇਹ ਸੱਚੀ ਬਾਣੀ। ਸੋ ਸਤਿਗੁਰੂ ਕਹਿੰਦੇ ਹਨ ਕਿ ਇਹਦੇ ਨਾਲ ਸਦਾ ਜੁੜੇ ਰਹੋ। ਇਹ ਬਾਣੀ ਸ਼੍ਰੋਮਣੀ ਹੈ, ਇਹ ਬਾਣੀ ਗੁਰੂ ਸਤਿਗੁਰੂ ਦੀ ਉਚਾਰੀ ਹੋਈ ਹੈ, ਇਹ ਬਾਣੀ ਪ੍ਰਭੂ ਨਾਲ ਜੋੜਨ ਵਾਲੀ ਹੈ ਔਰ ਇਹ ਬਾਣੀ ਆਨੰਦ ਦੀ ਦਾਤ ਦੇਣ ਵਾਲੀ ਹੈ। ਉਸ ਪ੍ਰਭੂ ਦੇ ਨਾਲ ਜੋੜ ਕੇ ਆਨੰਦ ਜਿਸ ਦੀ ਭਾਲ ਦੇ ਵਿੱਚ ਸਾਡਾ ਸਾਰਾ ਜੀਵਨ ਲੰਘਦਾ ਹੈ, ਉਸ ਆਨੰਦ ਦੀ ਦਾਤ ਨੂੰ ਬਖਸ਼ਣ ਵਾਲੀ ਇਹ ਬਾਣੀ। ਤੋ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਤਿੰਨ ਵਾਕੰਸ਼ ਜਿਹੜੇ ਵਰਤੇ ਹਨ, ਸੱਚੀ ਬਾਣੀ, ਦੂਜਾ ਗੁਰੂ ਕੇਰੀ ਤੇ ਤੀਜਾ ਬਾਣੀ ਹੈ ਸਿਰਬਾ। ਅਰਥ ਤਿੰਨਾਂ ਦਾ ਇੱਕੋ ਹੀ ਹੈ। ਸੱਚੀ ਬਾਣੀ ਦਾ ਅਰਥ ਹੈ ਪ੍ਰਭੂ ਨਾਲ ਜੋੜਨ ਵਾਲੀ ਬਾਣੀ, ਗੁਰੂ ਨਾਲ ਜੋੜਨ ਵਾਲੀ, ਗੁਰੂ ਦੀ ਉਚਾਰੀ ਹੋਈ ਬਾਣੀ, ਗੁਰੂ ਕੇਰੀ ਬਾਣੀ ਜਿਹਨੂੰ ਕਿਹਾ ਹੈ ਉਹ ਗੁਰਬਾਣੀ ਹੈ। ਤੇ ਬਾਣੀਆਂ ਸਿਰ ਬਾਣੀ ਭਾਵ ਸ਼੍ਰੋਮਣੀ ਬਾਣੀ ਹੈ। ਇਹ ਤਿੰਨੇ ਸ਼ਬਦ ਗੁਰਬਾਣੀ ਦੇ ਵਾਸਤੇ ਹੀ ਸਾਡੇ ਲਈ ਵਰਤੇ ਗਏ ਹਨ, ਤਾਂ ਕਿ ਸਾਨੂੰ ਇਹ ਗੱਲ ਸਪਸ਼ਟ ਸਮਝ ਲੱਗ ਜਾਏ ਕਿ ਇਹ ਬਾਣੀ ਸਤਿਗੁਰੂ ਜੀ ਦੀ ਜਿਹੜੀ ਹੈ ਇਹ ਸ਼੍ਰੋਮਣੀ ਹੈ ਔਰ ਵਾਹਿਗੁਰੂ ਜੀ ਦੇ ਨਾਲ ਜੋੜਨ ਵਾਲੀ, ਕਿਉਂਕਿ ਇਹ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ। ਫਿਰ ਦੂਜਾ ਸਤਿਗੁਰੂ ਜੀ ਨੇ ਇਹ ਸਮਝਾਇਆ ਕਿ ਇਹ ਬਾਣੀ ਹੀ ਹੈ ਜੋ ਅੰਮ੍ਰਿਤ ਦੀ ਦਾਤੀ ਹੈ। ਉਹ ਅੰਮ੍ਰਿਤ ਜਿਹਨੂੰ ਸੁਰ ਨਰ ਮੁੰਜਨ ਉਹ ਸਾਰੇ ਖੋਜਦੇ ਪਏ ਹਨ ਪਰ ਉਹਨਾਂ ਨੂੰ ਲੱਭ ਨਹੀਂ ਰਿਹਾ। ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਬਾਣੀ ਹੀ ਅੰਮ੍ਰਿਤ ਦੀ ਦਾਤੀ ਹੈ। ਜੇ ਅੰਮ੍ਰਿਤ ਦੀ ਭਾਲ ਹੈ ਮਨ ਦੇ ਵਿੱਚ ਤਾਂ ਇਸ ਬਾਣੀ ਦੇ ਨਾਲ ਜੁੜੋ। ਇਹ ਹਰੀ ਨਾਲ ਜੋੜਨ ਵਾਲੀ ਹੈ, ਪ੍ਰਭੂ ਦੀ ਯਾਦ ਨਾਲ ਜੋੜਨ ਵਾਲੀ ਹੈ, ਪ੍ਰਭੂ ਦੀ ਸਿਫਤ ਸਲਾਹ ਨਾਲ ਜੋੜਨ ਵਾਲੀ ਹੈ। ਤੋ ਸਤਿਗੁਰੂ ਜੀ ਇੱਥੇ ਸਾਨੂੰ ਬਾਣੀ ਨਾਲ ਜੁੜਨ ਲਈ ਕਹਿ ਰਹੇ ਹਨ, ਤਾਂ ਇੱਕ ਸਾਡੇ ਮਨ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਪ੍ਰਸ਼ਨ ਪੈਦਾ ਹੋਣਾ ਜ਼ਰੂਰੀ ਹੈ ਕਿ ਸੱਚੀ ਬਾਣੀ ਨਾਲ ਜੁੜਨਾ ਕਿਉਂ ਜ਼ਰੂਰੀ ਹੈ।
ਸੱਚੀ ਬਾਣੀ ਨਾਲ ਜੁੜ ਕੇ ਹੀ ਸਾਡੇ ਜੀਵਨ ਦੇ ਵਿੱਚ ਪਲਟਾ ਆ ਸਕਦਾ ਹੈ। ਸਤਿਗੁਰੂ ਇੱਕ ਹੋਰ ਥਾਂ ਤੇ ਫਰਮਾਉਂਦੇ ਹਨ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਕਿਉਂਕਿ ਇਹ ਜੋ ਬਾਣੀ ਹੈ ਇਹ ਸਤ ਸਰੂਪ ਹੈ, ਉਹ ਸੱਚੇ ਪ੍ਰਭੂ ਸਦਾਥਿਰ ਪ੍ਰਭੂ ਦਾ ਹੀ ਸਰੂਪ ਹੈ। ਕਿਉਂਕਿ ਇਹ ਉਹਦੇ ਗੁਣਾਂ ਨਾਲ ਹੀ ਭਰੀ ਹੋਈ ਹੈ, ਇਹ ਉਹਦੇ ਗੁਣਾਂ ਨਾਲ ਹੀ ਜੁੜਨ ਵਾਲੀ ਹੈ, ਉਹਦੇ ਗੁਣਾਂ ਦਾ ਗਾਇਨ ਕਰਾਉਣ ਵਾਲੀ ਹੈ ਤੇ ਸਾਡੇ ਅੰਦਰ ਉਹ ਗੁਣ ਪੈਦਾ ਕਰਨ ਦੇ ਵਿੱਚ ਮਦਦ ਕਰਨ ਵਾਲੀ ਹੈ। ਜਿੰਨੇ ਅਸੀਂ ਉਸ ਪ੍ਰਭੂ ਦੇ ਗੁਣ ਗਾਵਾਂਗੇ, ਉਨੇ ਅਸੀਂ ਪ੍ਰਭੂ ਦੇ ਜਿਹੜੇ ਗੁਣ ਹਨ ਉਹ ਆਪਣੇ ਅੰਦਰ ਪੈਦਾ ਕਰ ਸਕਦੇ ਹਾਂ। ਤੇ ਅੱਗੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਗੁਰਬਾਣੀ ਬਣੀ ਹੈ। ਭਾਵ ਇਹ ਕਿ ਸਾਡਾ ਜੀਵਨ ਉਹ ਹੋਣਾ ਚਾਹੀਦਾ ਹੈ ਕਿ ਜਿਸ ਜੈਸਾ ਜੀਵਨ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਡਿਸਕ੍ਰਾਈਬ ਕੀਤਾ। ਭਾਵ ਜਦੋਂ ਬਾਣੀ ਦੇ ਵਿੱਚ ਅਕਾਲ ਪੁਰਖ ਨਾਲ ਜੁੜਨ ਦੀ ਪ੍ਰੇਰਣਾ ਹੈ ਤੇ ਸਾਨੂੰ ਇਹ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਅਸੀਂ ਉਸ ਬਾਣੀ ਦੇ ਨਾਲ ਜੁੜ ਕੇ ਉਸ ਸਤ ਸਰੂਪ ਵਰਗੇ ਬਣਨਾ ਹੈ, ਗੁਰਬਾਣੀ ਹੀ ਬਣ ਜਾਣਾ ਹੈ। ਭਾਵ ਕਿ ਸਾਡੇ ਜੀਵਨ ਦੇ ਵਿੱਚੋਂ ਉਹ ਬਾਣੀ ਪ੍ਰਗਟ ਹੋਣੀ ਸ਼ੁਰੂ ਹੋ ਜਾਏ। ਇਹ ਸਿਰਫ ਜ਼ਬਾਨ ਦੇ ਨਾਲ ਜਾਂ ਆਪਣੀ ਸੁਰਤੀ ਬਿਰਤੀ ਟਿਕਾ ਕੇ ਕੁਝ ਸਮਾਂ ਆਪਾਂ ਕਹਿ ਲਈਏ ਕਿ ਇਹਦੇ ਵੱਲ ਪ੍ਰਭੂ ਦੇ ਗੁਣਾਂ ਦੇ ਨਾਲ ਧਿਆਨ ਜੋੜ ਕੇ ਬੈਠ ਜਾਣ ਨਾਲ ਕਿਸੇ ਖਾਸ ਹਾਲਤ ਦੇ ਵਿੱਚ, ਖਾਸ ਢੰਗ ਨਾਲ, ਖਾਸ ਸਮੇਂ ਤੇ ਨਹੀਂ, ਇੱਥੇ ਉਹ ਗੱਲ ਨਹੀਂ ਹੈ। ਉਹ ਜ਼ਰੂਰੀ ਹਨ, ਉਹਨਾਂ ਦੀ ਆਪਣੀ ਇੰਪੋਰਟੈਂਸ ਹੈ, ਪਰ ਅਸਲ ਵਸਤੂ ਇਹ ਹੈ ਕਿ ਗੁਰਬਾਣੀ ਬਣੀ ਹੈ। ਜਦੋਂ ਸਾਡੇ ਜੀਵਨ ਦੇ ਵਿੱਚ ਸਾਡੇ ਕਰਮ ਜਿਹੜੇ ਹਨ ਉਹ ਗੁਰਬਾਣੀ ਦੇ ਵਿੱਚ ਜੋ ਚੀਜ਼ਾਂ ਦੱਸੀਆਂ ਗਈਆਂ ਹਨ ਵੈਸੇ ਬਣਨੇ ਸ਼ੁਰੂ ਹੋ ਜਾਣਗੇ ਤੇ ਫਿਰ ਜਿਹੜੀ ਗੱਲ ਹੈ ਇਹ ਤਾਂ ਬਣ ਸਕਦੀ ਹੈ। ਔਰ ਇਸ ਬਾਣੀ ਦੀ ਕਰਾਮਾਤ ਹੀ ਇਹ ਹੈ ਕਿ ਇਸ ਬਾਣੀ ਨਾਲ ਜੁੜਨ ਵਾਲੇ ਦੇ ਜੀਵਨ ਦੇ ਵਿੱਚ ਤਬਦੀਲੀ ਆ ਜਾਂਦੀ। ਸਤਿਗੁਰੂ ਜੀ ਨੇ ਇੱਥੇ ਜਿਹੜੀ ਗੱਲ ਕਹੀ ਹੈ ਕਿ ਇਹ ਬਾਣੀ ਸ਼੍ਰੋਮਣੀ ਬਾਣੀ ਹੈ, ਬਾਣੀਆਂ ਸਿਰ ਬਾਣੀ। ਤਾਂ ਇਹ ਬਾਣੀਆਂ ਸਿਰ ਬਾਣੀ ਹੈ ਕਿਉਂ? ਸਤਿਗੁਰੂ ਜੀ ਨੇ ਕਹਿ ਦਿੱਤਾ, ਅਸੀਂ ਇੱਕ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ ਮੰਨ ਲਿਆ, ਪਰ ਆਓ ਇਹਨੂੰ ਥੋੜਾ ਜਿਹਾ ਸਮਝ ਵੀ ਲਈਏ ਕਿ ਜਦੋਂ ਅਸੀਂ ਹੋਰ ਬਾਣੀਆਂ ਪੜ੍ਹਦੇ ਹਾਂ, ਭਾਵ ਕਿ ਜਿਵੇਂ ਸਤਿਗੁਰੂ ਜੀ ਨੇ ਇਸੇ ਬਾਣੀ ਵਿੱਚ ਹੀ ਸਾਨੂੰ ਸਮਝਾਇਆ ਹੈ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਝੋਂ ਤਤੈ ਸਾਰ ਨਾ ਜਾਣੀ। ਸਿਮਰਤੀਆਂ ਸ਼ਾਸਤਰ ਇਹ ਸਾਰੇ ਕੀ ਕਰਦੇ ਹਨ? ਇਹ ਪੁੰਨ ਤੇ ਪਾਪ ਵਿਚਾਰ ਰਹੇ, ਇਹ ਪੁੰਨ ਤੇ ਪਾਪ ਦੀ ਸੋਝੀ ਤਾਂ ਦੇ ਰਹੇ ਹਨ, ਬੜੀ ਸੁੰਦਰ ਸੋਝੀ ਦੇ ਰਹੇ ਹਨ, ਪਰ ਸਤਿਗੁਰੂ ਜੀ ਕਹਿ ਰਹੇ ਹਨ ਕਿ ਤਤ ਵਸਤੂ ਉਹਨਾਂ ਦੇ ਵਿੱਚ ਨਹੀਂ ਹੈ, ਤਤੈ ਸਾਰ ਨਾ ਜਾਣੀ। ਸਾਨੂੰ ਪਾਪਾਂ ਤੋਂ ਬਚਣ ਦੇ ਵਾਸਤੇ ਉਹਨਾਂ ਨੇ ਪ੍ਰੇਰਣਾ ਦੇ ਦਿੱਤੀ, ਪੁੰਨ ਕਰਨ ਦੀ ਪ੍ਰੇਰਣਾ ਦੇ ਦਿੱਤੀ, ਪਰ ਜਿਹੜਾ ਅਸਲ ਮੰਤਵ ਸੀ ਉਸ ਪ੍ਰਭੂ ਮਿਲਾਪ ਦੇ ਆਨੰਦ ਨੂੰ ਪ੍ਰਾਪਤ ਕਰਨ ਦਾ, ਆਨੰਦ ਦੀ ਜਿਹੜਾ ਇਸ ਬਾਣੀ ਦਾ ਵਿਸ਼ਾ ਹੈ, ਨਾਮ ਸਿਮਰਨ ਦੇ ਵਿੱਚ ਜੁੜਨ ਦਾ, ਆਨੰਦ ਪ੍ਰਾਪਤ ਕਰਨ ਦਾ, ਪ੍ਰਭੂ ਦੇ ਨਾਲ ਇੱਕ ਸੁਰ ਹੋਣ, ਮਿਲਾਪ ਹੋਣ ਦੀ ਜੋ ਅਵਸਥਾ ਹੈ, ਪ੍ਰਭੂ ਵਰਗੇ ਬਣ ਜਾਣ ਦੀ ਜੋ ਅਵਸਥਾ ਹੈ, ਉਹ ਜੋ ਤੱਤ ਸੀ ਉਹ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਮਿਸਿੰਗ ਹੈ। ਸਤਿਗੁਰੂ ਕਹਿੰਦੇ ਹਨ ਤਤੈ ਸਾਰ ਨਾ ਜਾਣੀ ਗੁਰੂ ਬਾਝੋਂ ਤਤੈ ਸਾਰ ਨਾ ਜਾਣੀ। ਇਹ ਜੋ ਤਤ ਵਸਤੂ ਹੈ ਇਹਦੀ ਸੋਝੀ ਕੇਵਲ ਗੁਰੂ ਤੋਂ ਹੀ ਪ੍ਰਾਪਤ ਹੋ ਸਕਦੀ ਹੈ, ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਤੇ ਇਹ ਜਿਹੜੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਜਿਵੇਂ ਕਿ ਸ਼ੁਰੂ ਦੇ ਵਿੱਚ ਆਪਾਂ ਗੱਲ ਕੀਤੀ ਸੀ, ਇੱਥੇ ਸਿਰਫ ਉਸ ਕੱਚੀ ਬਾਣੀ ਤੱਕ ਅਸੀਂ ਅਗਰ ਸੀਮਿਤ ਹੋ ਗਏ ਤੇ ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਨੂੰ, ਅਸਲ ਉਪਦੇਸ਼ ਦੇ ਤੱਤ ਨੂੰ ਅਸੀਂ ਗ੍ਰਹਿਣ ਨਹੀਂ ਕਰ ਪਾਵਾਂਗੇ। ਜੇ ਅਸੀਂ ਸਿਰਫ ਸੋਢੀਆਂ ਦੀ ਕੱਚੀ ਬਾਣੀ ਦੇ ਨਾਲ ਹੀ ਬਾਣੀ ਦਾ ਕੰਪੈਰੀਜ਼ਨ ਕਰਕੇ ਤੇ ਆਪਣੀ ਤਸੱਲੀ ਕਰ ਲਈ, ਇੱਥੇ ਸਤਿਗੁਰੂ ਜੀ ਬਹੁਤ ਡੂੰਘੀ ਗੱਲ ਸਾਨੂੰ ਸਮਝਾ ਰਹੇ ਹਨ ਕਿ ਬਾਣੀ ਜਿਹੜੀ ਹੈ ਉਹ ਉਹੀ ਬਾਣੀ ਹੈ ਜਿਹੜੀ ਪ੍ਰਭੂ ਨਾਲ ਜੋੜ ਕੇ ਗੁਰਬਾਣੀ ਬਣੀਆਂ ਦੀ ਅਵਸਥਾ ਤੱਕ ਲੈ ਜਾ। ਤੇ ਜਿਹੜੇ ਸਿਮਰਤ ਸ਼ਾਸਤਰ ਦੀ ਸਤਿਗੁਰੂ ਜੀ ਗੱਲ ਕਰ ਰਹੇ ਹਨ, ਅੱਗੇ ਹੋਰ ਵੀ ਅਨੇਕਾਂ ਥਾਵਾਂ ਦੇ ਉੱਤੇ ਰੈਫਰੈਂਸਿਸ ਅਗਰ ਦੇਣ ਲੱਗੀਏ ਤਾਂ ਬਹੁਤ ਸਮਾਂ ਲੱਗ ਜਾਏਗਾ, ਪਰ ਕੁਝ ਕੁ ਆਪਾਂ ਗੱਲਾਂ ਤੇ ਵਿਚਾਰ ਜ਼ਰੂਰ ਕਰ ਲਈਏ। ਵੇਦ ਕਤੇਬ ਸਿਮਰਤ ਸ਼ਬ ਸ਼ਾਸਤਰ ਇਨ ਪੜ੍ਹਿਆ ਮੁਕਤ ਨਾ ਹੋ। ਵੇਦ ਦੇ ਵਿੱਚ ਆ ਗਏ ਹਿੰਦੂ ਧਰਮ ਗ੍ਰੰਥ, ਜਿਹੜੇ 4 ਪ੍ਰਮੁੱਖ ਮੰਨੇ ਗਏ ਹਨ।
ਸਮੈਟਿਕ ਰਿਲੀਜੀਅਨ, ਜਿਨ੍ਹਾਂ ਨੂੰ ਸਾਮੀ ਧਰਮ ਅਸੀਂ ਕਹਿ ਦਿੰਦੇ ਹਨ, ਉਹਨਾਂ ਦੇ ਵੀ 4 ਮੁੱਖ ਗ੍ਰੰਥ ਹਨ। ਉਹਨਾਂ ਨੂੰ ਕਤੇਬ ਕਿਹਾ ਜਾਂਦਾ ਹੈ, ਬਾਈਬਲ, ਕੁਰਾਨ, ਤੌਰੇਤ ਆਦਿਕ। ਤੋ ਸਤਿਗੁਰੂ ਜੀ ਉਹਨਾਂ ਦੋਹਾਂ ਦਾ ਵੀ ਜ਼ਿਕਰ ਕਰਦੇ ਹਨ, ਵੇਦਾਂ ਦਾ, ਕਤੇਬਾਂ ਦਾ, ਤੇ ਨਾਲ ਸਿਮਰਤੀਆਂ ਤੇ ਸ਼ਾਸਤਰਾਂ। ਇਨ ਪੜਿਆ ਮੁਕਤ ਨਾ ਹੋਏ। ਹੁਣ ਗੱਲ ਬੜੀ ਸਪਸ਼ਟ ਹੈ, ਵੇਦਾਂ ਦੇ ਵਿੱਚ ਜੋ ਸਾਨੂੰ ਗਿਆਨ ਦਿੱਤਾ ਜਾਂਦਾ ਹੈ, ਉਹ ਤਰ੍ਹਾਂ ਤਰ੍ਹਾਂ ਦੇ ਦੇਵਤਿਆਂ ਦੇ ਉੱਤੇ, ਉਹਨਾਂ ਦੇ ਵਿੱਚ ਉਹਨਾਂ ਦੀ ਪੂਜਾ ਕਰਨ ਵਾਸਤੇ ਉਹਨਾਂ ਅੱਗੇ ਬਲੀਆਂ ਦੇਣ ਦਾ ਢੰਗ ਦੱਸਿਆ ਜਾਂਦਾ ਹੈ। ਸਿਮਰਤੀਆਂ ਦੇ ਵਿੱਚ ਵੀ ਪੂਜਾ ਦੀਆਂ ਵਿਧੀਆਂ ਦੱਸੀਆਂ ਜਾਂਦੀਆਂ ਹਨ। ਸ਼ਾਸਤਰਾਂ ਦੇ ਵਿੱਚ ਫਿਲਾਸਫੀਆਂ ਸਾਰੀਆਂ ਦੱਸੀਆਂ ਗਈਆਂ, ਪੂਰਾ ਫਲਸਫਾ ਦੱਸਿਆ ਜਾਂਦਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਹਨ, ਇਨ ਪੜਿਆ ਮੁਕਤ ਨਾ ਹੋਏ। ਇਹ ਸਾਰੀਆਂ ਜੋ ਹਨ, ਇਹ ਉਸ ਪ੍ਰਭੂ ਦੇ ਨਾਲ ਜੁੜਨ ਦਾ ਰਾਹ ਸਾਡਾ ਪੱਧਰਾ ਨਹੀਂ ਕਰਦੀਆਂ, ਪ੍ਰਭੂ ਨਾਲ ਨਹੀਂ ਜੋੜਦੀਆਂ। ਸਤਿਗੁਰੂ ਜੀ ਕਹਿੰਦੇ ਹਨ ਕਿ ਜੇ, ਕਿਉਂਕਿ ਇਹ ਸਾਰੀਆਂ ਜੋ ਹਨ, ਇਹ ਸਾਨੂੰ ਪ੍ਰਭੂ ਨਾਲ ਨਾ ਜੋੜ ਕੇ, ਪ੍ਰਭੂ ਦੀ ਰਚਨਾ ਜਿਹਨੂੰ ਪ੍ਰਭੂ ਤੋਂ ਵਿਛੋੜਨ ਵਾਲੀ ਹੋ ਜਾਂਦੀ ਤੇ ਅਸੀਂ ਮਾਇਆ ਕਹਿੰਦੇ ਹਾਂ, ਤਾਂ ਉਹ ਮਾਇਆ ਤੋਂ ਮੁਕਤੀ, ਵਿਕਾਰਾਂ ਤੋਂ ਮੁਕਤੀ ਦਾ ਰਾਹ ਸਾਨੂੰ ਨਹੀਂ ਦੱਸਦੇ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਦੇ ਪੜਨ ਨਾਲ ਮੁਕਤ ਨਹੀਂ। ਤੋ ਇਹੀ ਗੱਲ ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਜਦੋਂ ਕਹਿੰਦੇ ਹਨ ਬਾਣੀਆਂ ਸਿਰ ਬਾਣੀ। ਹੋਰ ਵੀ ਸਤਿਗੁਰੂ ਜੀ ਕਹਿੰਦੇ ਹਨ ਕਿ ਪੜੇ ਰੇ ਸਗਲ ਵੇਦ, ਨਾ ਚੁੱਕੈ ਮਨ ਭੇਦ, ਇੱਕ ਖਿੰਨ ਨਾ ਧੀਰੈ, ਮੇਰੇ ਘਰ ਕੇ ਪੰਚਾ। ਕਿ ਮੇਰੇ ਘਰ ਦੇ ਵਿੱਚ, ਮੇਰੇ ਹਿਰਦੇ ਦੇ ਵਿੱਚ ਜਿਹੜੇ 5 ਵਿਕਾਰ ਬੈਠੇ ਹੋਏ ਹਨ, ਇਹ ਸਾਰੇ ਵੇਦ ਮੈਂ ਪੜ੍ਹ ਕੇ ਦੇਖ ਲਏ। ਭਾਵ ਸਾਰੇ ਵੇਦ ਦਾ ਭਾਵ ਸਿਰਫ 4 ਵੇਦਾਂ ਦੀ ਗੱਲ ਨਹੀਂ, ਭਾਵ ਸਾਰੇ ਧਰਮ ਗ੍ਰੰਥ ਮੈਂ ਪੜ੍ਹ ਕੇ ਵੇਖ ਲਏ, ਲੇਕਿਨ ਮਨ ਦੇ ਭੇਦ, ਮਨ ਦੇ ਸ਼ੰਕੇ, ਮਨ ਦੀਆਂ ਦੁਬਿਧਾ ਦੂਰ ਨਹੀਂ ਹੋਈਆਂ। ਤੇ ਜਿਹੜੇ ਮਨ ਦੇ ਵਿੱਚ ਬੈਠੇ ਹਨ, ਇਹ ਜਿਹੜੇ 5 ਵੈਰੀ ਬੈਠੇ ਹਨ, ਮੇਰੇ ਘਰ ਕੇ ਪੰਚਾ, ਉਹ ਇੱਕ ਖਿੰਨਣਾ ਧੀਰ ਹੈ, ਉਹ ਤਾਂ ਜ਼ਰਾ ਵੀ ਟਿਕ ਕੇ ਨਹੀਂ ਬੈਠ ਰਹੇ। ਤੋ ਸਤਿਗੁਰੂ ਜੀ ਇੱਥੇ ਸਾਨੂੰ ਬਾਣੀ ਦੀ ਜੋ ਸ਼੍ਰੋਮਣੀ ਗੱਲ ਕਰ ਰਹੇ ਹਨ, ਬਾਣੀਆਂ ਸਿਰ ਬਾਣੀ ਹੋਣ ਦੀ ਗੱਲ ਕਰ ਰਹੇ ਹਨ, ਉਹ ਕੇਵਲ ਕੱਚੀ ਬਾਣੀ ਜਿਹੜੀ ਅਸੀਂ ਮੰਨ ਕੇ ਬਹਿ ਜਾਂਦੇ ਹਾਂ, ਜਾਂ ਜਿਹੜੀ ਸਾਨੂੰ ਆਮ ਤੌਰ ਤੇ ਦੱਸੀ ਜਾਂਦੀ, ਉਹ ਨਹੀਂ। ਇਹ ਸੰਪੂਰਨ ਜੋ ਬਾਣੀਆਂ ਹਨ, ਜਿਹੜੀਆਂ ਮਨੁੱਖ ਦੇ ਕਲਿਆਣ ਵਾਸਤੇ ਲਿਖੀਆਂ ਗਈਆਂ, ਕਹੀਆਂ ਜਾਂਦੀਆਂ ਹਨ, ਉਹਨਾਂ ਸਾਰਿਆਂ ਦੇ ਵਿੱਚੋਂ ਗੁਰਬਾਣੀ ਨੂੰ ਸ਼੍ਰੋਮਣੀ ਦੱਸ ਰਹੇ ਹਨ। ਕਿਉਂਕਿ ਗੁਰਬਾਣੀ ਦੇ ਵਿੱਚ ਸਿਰਫ ਅਕਾਲ ਪੁਰਖ ਦੀ ਉਸਤਤ, ਸਿਰਫ ਅਕਾਲ ਪੁਰਖ ਦੀ ਸਿਫਤ ਸਲਾਹ, ਉਹਦੇ ਗੁਣ ਗਾਉਣੇ, ਉਹਦੇ ਨਾਲ ਜੁੜਨਾ, ਉਹਦੇ ਨਾਮ ਸਿਮਰਨ ਦੀ ਗੱਲ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ। ਇਸੇ ਕਰਕੇ ਹੀ ਇਹ ਸਾਨੂੰ ਮੁਕਤੀ ਬਖਸ਼ਣ ਵਾਲੀ ਹੈ, 5 ਵਿਕਾਰਾਂ ਤੋਂ, ਮਾਇਆ ਤੋਂ ਮੁਕਤੀ ਬਖਸ਼ਣ ਵਾਲੀ ਹੈ, ਪ੍ਰਭੂ ਦੇ ਨਾਲ ਜੋੜਨ ਵਾਲੀ ਹੈ, ਤੇ ਪ੍ਰਭੂ ਦੇ ਗੁਣ ਧਾਰਨ ਕਰਨ ਇਹ ਬਣਾਉਣ ਵਾਲੀ ਬਾਣੀ। ਇਸੇ ਕਰਕੇ ਸਤਿਗੁਰੂ ਜੀ ਨੇ ਪ੍ਰੇਰਣਾ ਦਿੱਤੀ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਹੁਣ ਸਤਿਗੁਰੂ ਜੀ ਅਗਲੀ ਪੌੜੀ ਦੇ ਵਿੱਚ ਫਰਮਾ ਰਹੇ ਹਨ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ, ਕਇਆ ਕਛੂ ਨਾ ਜਾਣੀ। ਚਿੱਤ ਜਿਨਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ। ਸਤਿਗੁਰੂ ਜੀ ਕਹਿ ਰਹੇ ਹਨ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਪਹਿਲੇ ਸਤਿਗੁਰੂ ਜੀ ਨੇ ਸੱਚੀ ਬਾਣੀ ਦੀ ਗੱਲ ਕੀਤੀ ਸੀ, ਹੁਣ ਸਤਿਗੁਰੂ ਜੀ ਕੱਚੀ ਬਾਣੀ ਦੀ ਗੱਲ ਕਰ ਰਹੇ। ਪਰ ਕੱਚੀ ਦਾ ਅਰਥ ਕੀ ਹੈ? ਕੱਚੀ ਅਸੀਂ ਉਸ ਜਿਹੜੀ ਹੌਲੀ ਹੋਵੇ, ਝੱਟ ਟੁੱਟ ਜਾਣ ਵਾਲੀ ਹੋਵੇ ਜਾਂ ਤੋੜ ਦੇਣ ਵਾਲੀ ਹੋਵੇ, ਤਾਂ ਉਹ ਬਾਣੀ ਜਿਹੜੀ ਹੌਲੀ ਹੋਵੇ, ਸਾਡੇ ਮਨ ਨੂੰ ਨੀਵਾਂ ਕਰਦੀ ਹੋਵੇ, ਸਾਡੇ ਉੱਚੇ ਆਤਮਿਕ ਆਨੰਦ ਤੋਂ ਥੱਲੇ ਲੈ ਕੇ ਆਉਣ ਵਾਲੀ ਬਾਣੀ ਜੋ ਹੈ, ਉਹ ਸਤਿਗੁਰੂ ਜੀ ਨੇ ਕੱਚੀ ਬਾਣੀ ਕਹੀ। ਕੱਚੀ ਬਾਣੀ ਕਿਹੜੀ? ਸਤਿਗੁਰੂ ਜੀ ਨੇ ਕਿਹਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਸਤਿਗੁਰੂ ਬਿਨਾ ਦਾ ਕੀ ਅਰਥ ਹੈ? ਸਪਸ਼ਟ ਤੌਰ ਤੇ ਇਹ ਅਰਥ ਸਾਨੂੰ ਸਮਝ ਆਉਂਦੀ ਹੈ ਕਿ ਜਿਹੜੀ ਬਾਣੀ ਸਤਿਗੁਰੂ ਜੀ ਨੇ ਉਚਾਰੀ ਨਹੀਂ ਹੈ, ਉਹ ਸਾਰੀ ਕੱਚੀ ਬਾਣੀ ਹੈ। ਪਰ ਇਹਦੇ ਅਰਥ ਇਸ ਤੋਂ ਇਹ ਵੀ ਹਨ ਤੇ ਇਸ ਤੋਂ ਵਿਸ਼ਾਲ ਵੀ ਹਨ ਕਿ ਉਹ ਬਾਣੀ ਜਿਹੜੀ ਸਤਿਗੁਰੂ ਜੀ ਦੇ ਆਦਰਸ਼ਾਂ, ਆਸ਼ਿਆਂ ਤੋਂ ਉਲਟ ਹੈ, ਉਸ ਤੋਂ ਬਿਨਾਂ ਹੋਰ ਕਿਸੇ ਵੀ ਪਾਸੇ ਲਿਜਾਣ ਵਾਲੀ ਬਾਣੀ।
ਭਾਵ ਜਿਹੜਾ ਰਾਹ ਸਾਨੂੰ ਸਤਿਗੁਰੂ ਜੀ ਨੇ ਦੱਸਿਆ ਹੈ, ਉਸ ਰਾਹ ਤੋਂ ਥੋੜਾ ਜਿਹਾ ਵੀ ਸਾਈਡ ਤੇ ਲਿਜਾਣ ਵਾਲੀ, ਸਿਰਫ ਉਲਟੇ ਪਾਸੇ ਨਹੀਂ, ਉਸ ਤੋਂ ਬਿਲਕੁਲ ਥੋੜਾ ਜਿਹਾ ਵੀ ਸਾਨੂੰ ਜੋ ਡਾਇਵਰਟ ਵੀ ਕਰਨ ਵਾਲੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਜਿਹੜੀ ਬਿਲਕੁਲ ਉਲਟੇ ਪਾਸੇ ਲਿਜਾ ਰਹੀ ਹੈ ਉਹ ਤਾਂ ਹੈ ਹੀ, ਲੇਕਿਨ ਗੁਰੂ ਆਸ਼ੇ ਤੋਂ ਇਲਾਵਾ ਕਿਤੇ ਵੀ ਹੋਰ ਲਿਜਾਣ ਵਾਲੀ ਜਿਹੜੀ ਬਾਣੀ ਹੈ ਉਹ ਕੱਚੀ ਹੈ, ਉਹ ਹੌਲੀ ਹੈ, ਉਹ ਮਨ ਦੀ ਅਵਸਥਾ ਨੂੰ ਨੀਵਾਂ ਕਰਦੀ ਹੈ। ਉਹ ਆਤਮਿਕ ਆਨੰਦ ਜਿਹਦੀ ਭਾਲ ਦੇ ਵਿੱਚ ਅਸੀਂ ਫਿਰ ਰਹੇ ਹਾਂ, ਜਿਹੜਾ ਇਸ ਬਾਣੀ ਦਾ ਮੁੱਖ ਵਿਸ਼ਾ ਹੈ, ਉਸ ਆਤਮਿਕ ਆਨੰਦ ਦੀ ਅਵਸਥਾ ਤੋਂ ਥੱਲੇ ਲੈ ਕੇ ਆਉਣ ਵਾਲੀ ਬਾਣੀ ਹੈ। ਕਿਹੜੀ ਬਾਣੀ? ਜਿਹੜੀ ਸਤਿਗੁਰੂ ਜੀ ਦੀ ਉਚਾਰੀ ਹੋਈ ਨਹੀਂ ਹੈ ਔਰ ਸਤਿਗੁਰੂ ਜੀ ਦੇ ਆਸ਼ੇ ਤੋਂ ਕਿਸੇ ਹੋਰ ਪਾਸੇ, ਉਲਟ ਪਾਸੇ ਲੈ ਕੇ ਜਾ ਰਹੀ ਹੈ। ਤਾਂ ਗੁਰੂ ਆਸ਼ੇ ਤੋਂ ਉਲਟ ਜਿਹੜੀ ਬਾਣੀ ਹੈ ਇਹ ਸਾਨੂੰ ਕੱਚਾ ਬਣਾਉਂਦੀ ਹੈ। ਕੱਚਾ ਬਣਾਉਣ ਦਾ ਅਰਥ ਹੈ ਕਿ ਜਦੋਂ ਵੀ ਅਸੀਂ, ਸਾਡਾ ਟਾਕਰਾ ਮਾਇਆ ਦੇ ਨਾਲ ਹੁੰਦਾ ਹੈ ਤਾਂ ਅਸੀਂ ਕੱਚੇ ਪੈ ਜਾਂਦੇ ਹਾਂ, ਉਹਦੇ ਸਾਹਮਣੇ ਥਿੜਕ ਜਾਂਦੇ। ਇਹ ਪੱਕੀ ਗੱਲ ਹੈ ਕਿ ਜਿਹੜੀ ਬਾਣੀ ਗੁਰੂ ਆਸ਼ੇ ਤੋਂ ਉਲਟ ਹੈ, ਕਿਸੇ ਹੋਰ ਪਾਸੇ ਲਿਜਾਣ ਵਾਲੀ ਹੈ, ਉਹ ਸਾਡੇ ਮਨ ਨੂੰ ਕਮਜ਼ੋਰ ਬਣਾਉਂਦੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਜਿਹੜੀ ਬਾਣੀ ਸਤਿਗੁਰੂ ਜੀ ਨੇ ਉਚਾਰੀ ਹੈ, ਉਹਨੂੰ ਛੱਡ ਕੇ ਸਤਿਗੁਰੂ ਜੀ ਦੇ ਆਸ਼ੇ ਵੱਲ ਲਿਜਾਣ ਵਾਲੀ ਜਿਹੜੀ ਬਾਣੀ ਹੈ, ਉਸ ਨੂੰ ਛੱਡ ਕੇ ਹੋਰ ਜਿਹੜੀ ਵੀ ਬਾਣੀ ਹੈ ਉਹ ਸਾਰੀ ਕੱਚੀ ਹੈ, ਹੌਲੀ ਬਾਣੀ ਹੈ, ਸਾਡੇ ਮਨ ਨੂੰ ਨੀਵਾਂ ਕਰਨ ਵਾਲੀ ਬਾਣੀ ਹੈ, ਤੇ ਉਹ ਸਾਡੇ ਮਨ ਨੂੰ ਕਮਜ਼ੋਰ ਬਣਾ ਦਿੰਦੀ ਹੈ। ਕਮਜ਼ੋਰ ਬਣਾ ਦਿੰਦੀ ਹੈ ਤੇ ਸਾਡਾ ਮਨ ਮਾਇਆ ਦੇ ਸਾਹਮਣੇ ਥੜਕ ਜਾਂਦਾ ਹੈ, ਬੇਵੱਸ ਹੋ ਜਾਂਦਾ ਹੈ, ਮਾਇਆ ਦੇ ਕਾਬੂ ਵਿੱਚ ਆ ਜਾਂਦਾ ਹੈ। ਅਸੀਂ ਪ੍ਰਭੂ ਦੇ ਰਸਤੇ ਉੱਤੇ, ਨਾਮ ਬਾਣੀ ਦੇ ਰਸਤੇ ਉੱਤੇ ਨਹੀਂ ਤੁਰ ਸਕਦੇ। ਨਾਮ ਸਿਮਰਨ, ਪ੍ਰਭੂ ਦੀ ਸਿਫਤ ਸਲਾਹ ਦੇ ਰਸਤੇ ਉੱਤੇ ਅਸੀਂ ਨਹੀਂ ਤੁਰ ਸਕਦੇ, ਕਿਉਂਕਿ ਅਸੀਂ ਕਮਜ਼ੋਰ ਹੋ ਜਾਂਦੇ ਹਾਂ। ਤੇ ਸਤਿਗੁਰੂ ਅੱਗੇ ਕਹਿ ਰਹੇ ਹਨ ਕਿ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਂਖ ਵਖਾਣੀ। ਹੁਣ ਜਿਹੜੇ ਬਾਣੀ ਨੂੰ ਗਾਉਂਦੇ ਹਨ, ਪੜ੍ਹਦੇ ਹਨ, ਕਹਿੰਦੇ ਕੱਚੇ, ਉਹਨਾਂ ਦਾ ਮਨ ਕਮਜ਼ੋਰ ਹੋ ਜਾਂਦਾ ਹੈ। ਮਾਇਆ ਦੇ ਸਾਹਮਣੇ, ਮਾਇਆ ਦੇ ਪ੍ਰਭਾਵ ਦੇ ਸਾਹਮਣੇ ਉਹ ਥੜਕ ਜਾਂਦੇ ਹਨ। ਸੁਣਦੇ ਕੱਚੇ, ਜਿਹੜੇ ਸੁਣ ਰਹੇ ਹਨ, ਜਿਹੜੇ ਐਸੀ ਬਾਣੀ ਨੂੰ ਸੁਣਦੇ ਵੀ ਹਨ। ਸਿਰਫ ਗਾਉਂਦੇ ਪੜ੍ਹਨ ਵਾਲੇ ਜਿਹੜੇ ਨੇ ਉਹੀ ਨਹੀਂ, ਜਿਹੜੇ ਸੁਣਨ ਵਾਲੇ ਵੀ ਹਨ, ਕਿਉਂਕਿ ਸੁਣਨ ਨਾਲ ਵੀ ਮਨ ਦੇ ਉੱਤੇ ਬੜਾ ਪ੍ਰਭਾਵ ਪੈਂਦਾ। ਸੁਣਨ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ। ਸਤਿਗੁਰੂ ਜੀ ਨੇ ਸੁਣਨ ਦੀ ਤਾਂ ਬਹੁਤ ਮਹਿਮਾ ਦੱਸੀ ਹੈ। ਜਪਜੀ ਸਾਹਿਬ ਦੇ ਵਿੱਚ ਸੁਣਿਆਂ ਦੀਆਂ ਪੌੜੀਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ, ਜਾਣਦੇ ਹਾਂ। ਤਾਂ ਸੁਣਨ ਦਾ ਭਾਵ ਇਹ ਹੈ ਕਿ ਜਦੋਂ ਕੱਚੀ ਬਾਣੀ ਦੇ ਨਾਲ ਜੁੜਾਂਗੇ, ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਲਿਜਾਣ ਵਾਲੀ ਜੋ ਬਾਣੀ ਹੈ ਉਹਨੂੰ ਸੁਣਦੇ ਹਾਂ, ਸੁਣਨ ਵਾਲਿਆਂ ਦੇ ਮਨ ਵੀ ਕੱਚੇ ਹੋ ਜਾਂਦੇ ਹਨ, ਥੜਕ ਜਾਂਦੇ ਹਨ। ਤੇ ਉਹ ਜਿਹੜੇ ਇਸ ਬਾਣੀ ਦੀ ਵਿਆਖਿਆ ਕਰ ਕਰਕੇ ਲੋਕਾਂ ਨੂੰ ਸੁਣਾ ਕੇ ਆਪਣੀ ਪੋਜੀਸ਼ਨ ਬਣਾਉਂਦੇ ਹਨ, ਕੱਚੀ ਆਖ ਵਖਾਣੀ, ਉਹਨਾਂ ਦੀ ਤਾਂ ਫਿਰ ਗੱਲ ਹੀ ਕੀ ਕਰਨੀ। ਜਿਹੜਾ ਇਹਨੂੰ ਕਹਿ ਰਿਹਾ ਹੈ, ਗਾ ਰਿਹਾ ਹੈ, ਪੜ੍ਹ ਰਿਹਾ ਹੈ, ਜਿਹੜਾ ਇਹਨੂੰ ਸੁਣ ਰਿਹਾ ਹੈ, ਤੇ ਜਿਹੜਾ ਇਹਨੂੰ ਆਖ ਕੇ ਲੋਕਾਂ ਨੂੰ ਵਿਆਖਿਆ ਕਰ ਕਰਕੇ ਸੁਣਾ ਰਿਹਾ ਹੈ, ਇਹ ਸਾਰਾ ਕੁਝ ਕਰਦੇ ਕਰਦੇ ਉਹ ਆਪ ਵੀ ਕੱਚੇ ਹੋ ਜਾਂਦੇ ਹਨ, ਭਾਵ ਕਮਜ਼ੋਰ ਮਨ ਦੇ ਮਾਲਕ ਬਣ ਜਾਂਦੇ ਹਨ, ਜਿਹੜੇ ਆਨੰਦ ਦੀ ਅਵਸਥਾ ਤੱਕ, ਨਾਮ ਸਿਮਰਨ ਦੀ ਅਵਸਥਾ ਤੱਕ, ਪ੍ਰਭੂ ਮਿਲਾਪ ਦੀ ਅਵਸਥਾ ਤੱਕ ਨਹੀਂ ਪਹੁੰਚ ਸਕਦੇ। ਹੁਣ ਐਸੇ ਬੰਦੇ ਜੋ ਹਨ, ਜੋ ਵਿਆਖਿਆਨ ਕਰ ਰਹੇ ਹੁੰਦੇ ਹਨ, ਉਹਨਾਂ ਦੇ ਬਾਰੇ ਸਤਿਗੁਰੂ ਜੀ ਅੱਗੇ ਹੋਰ ਗੱਲਾਂ ਕਰਦੇ ਹਨ ਕਿ ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੇ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ। ਹੁਣ ਕਹਿਆ ਦਾ ਭਾਵ ਹੈ ਜੋ ਮੂੰਹੋਂ ਕਹਿ ਰਹੇ, ਬਈ ਉਹ ਜੀਵ ਦੇ ਨਾਲ ਤਾਂ ਹਰੀ ਹਰੀ ਕਰਦੇ ਰਹਿੰਦੇ ਹਨ, ਲੋਕਾਂ ਨੂੰ ਸਮਝਾਉਂਦੇ ਹੋਏ ਜਾਂ ਲੋਕਾਂ ਦੇ ਸਾਹਮਣੇ ਪ੍ਰਭਾਵ ਪਾਉਣ ਲਈ ਕਹਿੰਦੇ ਵੀ ਹੋਏ, ਤਾਂ ਉਹ ਹਰੀ ਦੀਆਂ ਗੱਲਾਂ ਤਾਂ ਕਰਦੇ ਹਨ, ਬਹੁਤ ਕੁਝ ਕਹਿੰਦੇ ਹਨ, ਹਰ ਹਰ ਨਿਤ ਕਰੈ ਰਸਨਾ, ਪਰ ਹੁੰਦਾ ਕੀ ਹੈ? ਕਹਿਆ ਕਛੂ ਨਾ ਜਾਣੀ। ਉਹ ਕਹਿੰਦੇ ਹਨ ਪਰ ਉਹਨਾਂ ਦੇ ਅੰਦਰ ਕਛੂ ਨਾ ਜਾਣੀ, ਉਹਨਾਂ ਦੀ ਸਾਂਝ ਨਹੀਂ ਪੈਂਦੀ ਉਸ ਚੀਜ਼ ਦੇ ਨਾਲ, ਉਧਰ ਉਹਨਾਂ ਦਾ ਮਨ ਨਹੀਂ ਹੁੰਦਾ। ਉਹ ਉੱਪਰੋਂ ਕਹਿ ਰਹੇ ਹੁੰਦੇ ਹਨ, ਜ਼ਬਾਨੀ ਕਹਿ ਰਹੇ ਹੁੰਦੇ ਹਨ, ਪਰ ਉਹਨਾਂ ਦੇ ਅੰਦਰ ਉਹ ਹਰੀ ਹਰੀ ਜੋ ਕਰ ਰਹੇ ਹੁੰਦੇ ਹਨ, ਉਹਦਾ ਕੋਈ ਵਾਸਤਾ ਨਹੀਂ ਹੁੰਦਾ। ਉਹ ਦਿਲ ਤੋਂ ਨਹੀਂ ਕਹਿ ਰਹੇ, ਉਹ ਦਿਲ ਤੋਂ ਤਾਂ ਉਹ ਗੱਲਾਂ ਕਹਿ ਰਹੇ ਹੁੰਦੇ ਹਨ ਜਿਹੜੀਆਂ ਉਹ ਅਸਲ ਦੇ ਵਿੱਚ ਕਹਿਣੀਆਂ ਚਾਹੁੰਦੇ ਹਨ, ਪਰ ਲੋਕਾਂ ਨੂੰ ਸੁਣਾਉਣ ਦੇ ਲਈ ਹਰੀ ਦਾ ਜ਼ਿਕਰ ਉਹ ਬਹੁਤ ਕਰਦੇ ਹਨ।
ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਬਿਲਕੁਲ ਜ਼ੁਬਾਨੀ ਕਹਿਆ ਸਭ ਕੁਝ ਕਹੀ ਜਾਂਦੇ ਹਨ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਕਿਉਂਕਿ ਉਹਨਾਂ ਦਾ ਮਨ ਜਿਹੜਾ ਹੈ ਉਹ ਮਾਇਆ ਨੇ ਹਿਰ ਲਿਆ ਹੈ, ਮਾਇਆ ਨੇ ਚੁਰਾ ਲਿਆ, ਆਪਣੇ ਕਾਬੂ ਦੇ ਵਿੱਚ ਕਰ ਲਿਆ ਹੈ। ਬੋਲਣ ਪਏ ਰਵਾਣੀ, ਬਹੁਤ ਕੁਝ ਬੋਲੀ ਜਾ ਰਹੇ ਹਨ, ਉੱਤੋਂ ਕਹੀ ਜਾ ਰਹੇ ਹਨ, ਉਹਨਾਂ ਦੇ ਮਨ ਦੇ ਉੱਤੇ ਅਸਰ ਨਹੀਂ ਹੋ ਰਿਹਾ। ਕਿਉਂਕਿ ਉਹਨਾਂ ਦਾ ਮਨ ਜੋ ਹੈ ਉਹ ਪ੍ਰਭੂ ਨਾਲ ਨਹੀਂ, ਹੋਰ ਪਾਸੇ ਜੁੜਿਆ ਹੋਇਆ ਹੈ, ਭਾਵ ਮਾਇਆ ਨਾਲ ਜੁੜਿਆ ਹੋਇਆ। ਉਹਨਾਂ ਦੇ ਮਨ ਦੇ ਵਿੱਚ ਗੱਲ ਕੋਈ ਹੋਰ ਹੁੰਦੀ ਹੈ, ਉੱਪਰੋਂ ਉਹ ਹਰ ਨਿਤ ਕਰਾਂ ਰਸਨਾ ਵਾਲੀ ਗੱਲ ਕਰ ਰਹੇ ਹੁੰਦੇ। ਤੇ ਬੋਲਣ ਪਏ ਰਵਾਣੀ, ਰਵਾਣੀ ਦਾ ਅਰਥ ਹੁੰਦਾ ਹੈ ਕਿ ਉੱਤੋਂ ਜ਼ੁਬਾਨੀ ਜਿਹੜੀ ਗੱਲ ਕਹੀ ਜਾਈਏ ਅਸੀਂ, ਪਰ ਸਾਡੇ ਮਨ ਦੇ ਵਿੱਚ ਨਾ ਹੋਵੇ। ਬੋਲਣ ਪਏ ਰਵਾਣੀ, ਚਿੱਤ ਜਿਨਕਾ ਹਿਰਲਿਆ ਮਾਇਆ, ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਭਾਵ ਜਿਹੜੀ ਗੁਰੂ ਆਸ਼ੇ ਤੋਂ ਉਲਟ ਬਾਣੀ ਹੈ, ਕੱਚੀ ਬਾਣੀ ਹੈ, ਉਹ ਮਨੁੱਖ ਦੇ ਮਨ ਨੂੰ, ਉਹ ਜੋ ਹੈ ਆਤਮਿਕ ਆਨੰਦ ਦੇ ਟਿਕਾਣੇ ਤੋਂ ਥੱਲੇ ਥੜਕਾ ਕੇ, ਕੱਚੀ ਬਾਣੀ ਹੈ, ਸਾਨੂੰ ਥੱਲੇ ਸੁੱਟਦੀ ਹੈ। ਤੋਂ ਸਤਿਗੁਰੂ ਕਹਿੰਦੇ ਹਨ ਕਿ ਇਹ ਜਿਹੜੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਜਿਹੜੀ ਗੁਰੂ ਆਸ਼ੇ ਤੋਂ ਬਿਨਾਂ ਹੋਰ ਕਿਸੇ ਪਾਸੇ ਲਿਜਾਣ ਵਾਲੀ ਬਾਣੀ ਹੈ, ਗੁਰਬਾਣੀ ਨਹੀਂ ਹੈ, ਹੋਰ ਬਾਣੀਆਂ ਹਨ। ਉਹ ਜੋ ਬਾਣੀਆਂ ਹਨ ਉਹ ਮਨ ਨੂੰ ਕਮਜ਼ੋਰ ਕਰਦੀਆਂ ਹਨ, ਕੱਚਾ ਬਣਾਉਂਦੀਆਂ ਹਨ, ਤੇ ਸਾਨੂੰ ਮਾਇਆ ਦੇ ਅੱਗੇ ਟਿਕਣ ਜੋਗਾ ਨਹੀਂ ਛੱਡਦੀਆਂ। ਬਜਾਏ ਇਸ ਦੇ ਕਿ ਅਸੀਂ ਮਾਇਆ ਨੂੰ ਆਪਣੀ ਦਾਸੀ ਬਣਾਈਏ, ਫਿਰ ਹੁੰਦਾ ਕੀ ਹੈ ਕਿ ਅਸੀਂ ਮਾਇਆ ਦੇ ਦਾਸ ਬਣ ਜਾਂਦੇ ਹਾਂ। ਮਾਇਆ ਦੀ ਝਲਕ ਮਿਲਦੀ ਹੈ, ਅਸੀਂ ਥਿੜਕ ਜਾਂਦੇ ਹਾਂ, ਡਿੱਗ ਪੈਂਦੇ ਹਾਂ। ਤੇ ਇਹ ਅਜਿਹੀ ਬਾਣੀ ਜਿਹੜੇ ਪੜ੍ਹਨ ਵਾਲੇ ਹਨ, ਸੁਣਨ ਵਾਲੇ ਹਨ, ਜਾਂ ਦੂਜਿਆਂ ਨੂੰ ਸੁਣਾਉਣ ਵਾਲੇ ਹਨ, ਇਹ ਮਾਇਆ ਦੇ ਸਾਹਮਣੇ ਕੱਚੇ ਹੋ ਜਾਂਦੇ ਹਨ, ਕਮਜ਼ੋਰ ਹੋ ਜਾਂਦੇ ਹਨ। ਉਹਨਾਂ ਦੇ ਮਨ ਦੇ ਵਿੱਚ ਆਤਮਿਕ ਆਨੰਦ ਦਾ ਸਵਾਦ ਕਦੀ ਨਹੀਂ ਬਣ ਸਕਦਾ। ਕਿਉਂਕਿ ਉਹਨਾਂ ਦੇ ਮਨ ਤੇ ਹਿਰ ਲਿਆ ਮਾਇਆ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਉਹਨਾਂ ਦਾ ਹਿਰਦਾ ਤੇ ਮਾਇਆ ਦੇ ਨਾਲ ਹੀ ਜੁੜਿਆ ਹੋਇਆ ਹੈ। ਮਾਇਆ ਨੇ ਹੀ ਚੁਰਾ ਲਿਆ ਹੁੰਦਾ ਹੈ, ਮਾਇਆ ਨੇ ਹੀ ਕਾਬੂ ਵਿੱਚ ਕਰ ਲਿਆ ਹੁੰਦਾ ਹੈ। ਫਿਰ ਅਜਿਹੇ ਜੋ ਲੋਕ ਹਨ, ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਹੁਣ ਇਸ ਪੌੜੀ ਦੀ ਵੀ ਆਪਾਂ ਥੋੜੀ ਜਿਹੀ ਗੱਲ ਹੋਰ ਵਿਸ਼ਾਲਤਾ ਦੇ ਵਿੱਚ ਸਮਝ ਲਈਏ ਕਿ ਇੱਥੇ ਵੀ ਸਿਰਫ ਉਸ ਕੱਚੀ ਬਾਣੀ ਦੀ ਗੱਲ ਨਹੀਂ ਕੀਤੀ ਗਈ ਜਿਹੜੇ ਗੁਰੂ ਦੋਖੀਆਂ ਨੇ ਨਾਨਕ ਨਾਮ ਦੀ ਛਾਪ ਹੇਠ ਲਿਖ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਉਂਕਿ ਕਈ ਵਿਦਵਾਨ ਤੇ ਇਹ ਕਹਿੰਦੇ ਹਨ ਕਿ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨੀ, ਉਦੋਂ ਜੋ ਕੱਚੀ ਬਾਣੀ ਹੈ, ਇਹਦੀ ਜੋ ਮਾਤਰਾ ਲੋਕਾਂ ਦੇ ਵਿੱਚ ਪ੍ਰਚਲਿਤ ਕਰ ਦਿੱਤੀ ਗਈ ਸੀ, ਖਾਸ ਕਰਕੇ ਮਿਹਰਵਾਨ ਤੇ ਹਰਜੀ ਪ੍ਰਿਥੀ ਚੰਦ ਦੇ ਪੁੱਤਰਾਂ ਵੱਲੋਂ ਤੇ ਹੋਰਾਂ ਵੱਲੋਂ ਵੀ, ਉਹਦੀ ਕੁਆਂਟੀਟੀ ਜੋ ਸੀ, ਉਹਦੀ ਮਾਤਰਾ ਜੋ ਸੀ, ਉਹ ਸ਼ਾਇਦ ਜੋ ਸੱਚੀ ਬਾਣੀ ਗੁਰਬਾਣੀ ਸੀ ਉਸ ਤੋਂ ਵੀ ਵੱਧ ਹੋ ਚੁੱਕੀ ਸੀ। ਪਰ ਇਹਦੇ ਬਾਵਜੂਦ ਇੱਥੇ ਜੋ ਗੱਲ ਕੀਤੀ ਗਈ ਹੈ, ਸਿਰਫ ਉਹਨਾਂ ਕੱਚੀਆਂ ਬਾਣੀਆਂ ਦੀ ਗੱਲ ਨਹੀਂ ਕੀਤੀ ਗਈ। ਇੱਥੇ ਹਰ ਉਸ ਬਾਣੀ ਦੀ ਗੱਲ ਕੀਤੀ ਗਈ ਜਿਹੜੀ ਪ੍ਰਭੂ ਨਾਲ ਤੋੜਨ ਵਾਲੀ ਹੈ, ਭਾਵੇਂ ਉਹਦੇ ਵਿੱਚ ਆਮ ਵਿਸ਼ੇ ਵਿਕਾਰਾਂ ਦੀ ਗੱਲ ਹੋਵੇ, ਭਾਵੇਂ ਉਹਦੇ ਵਿੱਚ ਦੇਵਤਿਆਂ ਨਾਲ ਜੋੜਨ ਦੀ ਗੱਲ ਹੋਵੇ, ਭਾਵੇਂ ਉਹਦੇ ਵਿੱਚ ਕਰਮ ਕਾਂਡਾਂ ਨਾਲ ਜੋੜਨ ਦੀ ਗੱਲ ਹੋਵੇ, ਤੇ ਭਾਵੇਂ ਬੜੇ ਉੱਚੇ ਫਲਸਫਿਆਂ ਨਾਲ ਜੋੜਨ ਦੀ ਗੱਲ ਹੋਵੇ, ਇਹ ਸਭ ਕੱਚੀਆਂ ਬਾਣੀਆਂ ਹਨ। ਕਿਉਂਕਿ ਇਹ ਪ੍ਰਭੂ ਨਾਲ ਨਹੀਂ ਜੋੜਦੀਆਂ, ਪ੍ਰਭੂ ਦੀ ਸਿਫਤ ਸਲਾਹ ਨਾਲ ਨਹੀਂ ਜੋੜਦੀਆਂ, ਔਰ ਇਹ ਸੱਚੇ ਗੁਰੂ ਦੀ ਬਾਣੀ ਨਹੀਂ ਹਨ। ਇਸ ਕਰਕੇ ਇਹ ਕੱਚੀ ਬਾਣੀ ਹਨ, ਸਤਿਗੁਰੂ ਦੀ ਬਾਣੀ ਨਹੀਂ ਹਨ। ਸਤਿਗੁਰੂ ਤਾਂ ਕੇਵਲ ਸਤ ਦੇ ਨਾਲ ਜੋੜਦਾ ਹੈ, ਸਤ ਦਾ ਰਾਹ ਦੱਸਦਾ ਹੈ, ਸਦਾ ਥਿਰ ਪ੍ਰਭੂ ਦਾ ਰਾਹ ਦੱਸਦਾ ਹੈ, ਉਹਦੇ ਨਾਲ ਜੋੜਦਾ ਹੈ। ਤਾਂ ਸਤਿਗੁਰੂ ਤਾਂ ਹੈ ਹੀ ਉਹ ਜਿਹੜਾ ਸਤ ਪ੍ਰਭੂ ਦੇ ਨਾਲ ਜੋੜੇ। ਤਾਂ ਜਿਹੜੀ ਸਤਿਗੁਰੂ ਦੀ ਬਾਣੀ ਨਹੀਂ ਹੈ, ਭਾਵੇਂ ਉਹ ਦੇਖਣ ਨੂੰ ਕਿੰਨੀ ਪਵਿੱਤਰ ਧਾਰਮਿਕ ਬਾਣੀ ਕਿਉਂ ਨਾ ਲੱਗਦੀ ਹੋਵੇ ਸਾਨੂੰ, ਕਿੰਨੇ ਉੱਚੇ ਫਲਸਫਿਆਂ ਵਾਲੀ ਸਿਧਾਂਤਾਂ ਵਾਲੀ ਬਾਣੀ ਸਾਨੂੰ ਕਿਉਂ ਨਾ ਲੱਗੇ, ਇਹ ਸਭ ਕੱਚੀਆਂ ਬਾਣੀਆਂ। ਇਹਨਾਂ ਨੂੰ ਪੜ੍ਹ ਕੇ ਮਨ ਕਮਜ਼ੋਰ ਹੁੰਦਾ, ਔਰ ਕਾਰਨ ਬਿਲਕੁਲ ਇੱਕੋ ਹੀ ਹੈ ਕਿ ਇਹ ਸਤ ਨਾਲ, ਸੱਚੇ ਪ੍ਰਭੂ ਦੇ ਨਾਲ ਨਹੀਂ ਜੋੜਦੀ। ਕਿਉਂਕਿ ਜੇ ਇਹ ਰੱਬੀ ਗੁਣਾਂ ਦੀ ਗੱਲ ਕਿਤੇ ਕਿਤੇ ਕਰਦੀਆਂ ਵੀ ਹਨ, ਤੇ ਉਹ ਵੀ ਸਿਰਫ ਉੱਤੋਂ ਕਰਦੀਆਂ ਹਨ। ਇਹ ਜਦੋਂ ਅਸੀਂ ਦੂਜੇ ਗ੍ਰੰਥਾਂ ਦੀਆਂ ਬਾਣੀਆਂ ਨੂੰ ਦੇਖਦੇ ਹਾਂ, ਜਿਵੇਂ ਕਿ ਅੱਗੇ ਜ਼ਿਕਰ ਹੋਇਆ ਹੈ ਕਿ ਇਹ ਦੇਵ ਪੂਜਾ, ਜਿਵੇਂ ਵੇਦਾਂ ਦੇ ਵਿੱਚ ਦੇਵ ਪੂਜਾ ਦੀ ਵਿਧੀ, ਬਲੀਆਂ ਦੇਣ ਦੀ ਵਿਧੀ ਆਦਿਕ,
ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਵੱਡੇ ਗ੍ਰੰਥ ਲਿਖੇ ਗਏ ਜਿਨ੍ਹਾਂ ਨੂੰ ਬ੍ਰਾਹਮਣ ਗ੍ਰੰਥ ਕਿਹਾ ਗਿਆ, ਤਾਂ ਬ੍ਰਾਹਮਣਾਂ ਦੇ ਵਿੱਚ ਕੇਵਲ ਪੂਜਾ ਦੀਆਂ ਵਿਧੀਆਂ ਦੱਸੀਆਂ ਗਈਆਂ। ਉਸ ਤੋਂ ਬਾਅਦ ਜਿਹੜੇ ਗ੍ਰੰਥ ਲਿਖੇ ਗਏ ਉਹ ਅਰਣਿਕ, ਜਿਹੜੇ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਵਸ ਰਹੇ ਲੋਕਾਂ ਨੇ ਦੱਸੇ, ਉਹਨਾਂ ਨੇ ਲਿਖੇ। ਉਹਨਾਂ ਦੇ ਵਿੱਚ ਸਾਨੂੰ ਫਿਲਾਸਫੀ ਦੀ ਥੋੜੀ ਝੜਕ ਪੈਂਦੀ ਹੈ, ਤੇ ਉਸ ਤੋਂ ਬਾਅਦ ਉਪਨਿਸ਼ਦਾਂ ਸ਼ਾਸਤਰਾਂ ਦੇ ਵਿੱਚ ਜਾ ਕੇ ਤਾਂ ਫਿਲਾਸਫੀ ਦੇ ਉੱਪਰ ਪੂਰਾ ਜ਼ੋਰ ਦੇ ਦਿੱਤਾ ਜਾਂਦਾ ਹੈ। ਪਰ ਇਹ ਸਾਰੀਆਂ ਚੀਜ਼ਾਂ ਪ੍ਰਭੂ ਪਿਆਰ ਦੇ ਨਾਲ ਜੋੜਨ ਵਾਲੀਆਂ ਨਹੀਂ। ਆਪਣੇ ਬਲ ਦੇ ਨਾਲ, ਫਲਸਫਿਆਂ ਦੇ ਬਲ ਉੱਤੇ ਜਾਂ ਪੂਜਾ ਦੇ ਬਲ ਉੱਤੇ ਜਾਂ ਤਿਆਗ ਦੇ ਬਲ ਦੇ ਉੱਤੇ ਮੁਕਤੀ ਪ੍ਰਾਪਤ ਕਰਨ ਦੇ ਰਾਹ ਜ਼ਰੂਰ ਹਨ, ਪਰ ਪ੍ਰਭੂ ਨਾਲ ਜੋੜਨ ਵਾਲੀਆਂ ਇਹ ਬਾਣੀਆਂ ਨਹੀਂ। ਇਸੇ ਕਰਕੇ ਹੀ ਇਹ ਮਾਇਆ ਦੇ ਬੰਧਨ ਨਹੀਂ ਤੋੜ ਸਕਦੀਆਂ। ਇਸੇ ਕਰਕੇ ਹੀ ਮਾਇਆ ਦੇ ਸਾਹਮਣੇ ਸਾਨੂੰ ਕੱਚੇ ਕਰ ਦਿੰਦੀਆਂ ਹਨ, ਕਮਜ਼ੋਰ ਕਰ ਦਿੰਦੀਆਂ ਹਨ। ਤੋਂ ਮਨ ਨੂੰ ਮਾਇਆ ਦੇ ਬੰਧਨ ਤੋੜ ਕੇ ਪ੍ਰਭੂ ਦੇ ਪਿਆਰ ਦੇ ਵਿੱਚ ਰੰਗਣ ਦੇ ਵਿੱਚ ਇਹਨਾਂ ਤੋਂ ਕੋਈ ਮਦਦ ਨਹੀਂ ਮਿਲਦੀ। ਇਹ ਮਾਇਆ ਅੱਗੇ ਸਾਨੂੰ ਵਲਨਰੇਬਲ ਬਣਾ ਦਿੰਦੀਆਂ ਹਨ। ਅਸੀਂ ਮਾਇਆ ਅੱਗੇ ਕਮਜ਼ੋਰ ਪੈ ਜਾਂਦੇ ਹਾਂ, ਕਿਉਂਕਿ ਇਹਨਾਂ ਵਿੱਚ ਨਾ ਤਾਂ ਨਾਮ ਸਿਮਰਨ ਦਾ ਕੋਈ ਰਸਤਾ ਦੱਸਿਆ ਜਾਂਦਾ ਹੈ, ਨਾ ਪ੍ਰਭੂ ਮਿਲਾਪ ਦਾ ਰਸਤਾ ਹੈ, ਨਾ ਆਨੰਦ ਦੀ ਗੱਲ ਹੈ ਕਿ ਆਨੰਦ ਦਾ ਜ਼ਿਕਰ ਹੈ, ਆਨੰਦ ਕਿਵੇਂ ਪ੍ਰਾਪਤ ਕਰਨਾ। ਸੋ ਇਹ ਮਾਇਆ ਅੱਗੇ ਕਮਜ਼ੋਰ ਪੈ ਕੇ ਜਿਹੜੀ ਸਤਿਗੁਰੂ ਜੀ ਨੇ ਗੱਲ ਕੀਤੀ ਸੀ, ਚਿੱਤ ਹਿਰ ਲਿਆ ਮਾਇਆ, ਇਹ ਉਹਦਾ ਰਾਹ ਹੈ। ਇਹ ਜਿੰਨੀਆਂ ਫਿਲਾਸਫੀਆਂ, ਜਿੰਨੀਆਂ ਪੂਜਾ ਦੀਆਂ ਵਿਧੀਆਂ, ਜਿੰਨੇ ਧਾਰਮਿਕ ਗ੍ਰੰਥ ਜਿਹੜੇ ਪ੍ਰਭੂ ਨਾਲ ਨਹੀਂ ਜੋੜਦੇ, ਉਹ ਮਨ ਮਾਇਆ ਅੱਗੇ ਵਿਕਣ ਵਾਲੀ ਅਵਸਥਾ ਦੀ ਗੱਲ ਹੈ। ਬੋਲਣ ਪਏ ਰਵਾਣੀ ਵਾਲੀ ਗੱਲ ਹੋ ਜਾਂਦੀ ਹੈ। ਇਹ ਚਾਹੇ ਸੁਣੀਏ, ਚਾਹੇ ਬੋਲੀਏ, ਤੇ ਚਾਹੇ ਇਹਦੀ ਵਿਆਖਿਆ ਕਰੀਏ। ਇਹ ਕਿਸੇ ਵੀ ਢੰਗ ਦੇ ਨਾਲ ਅਸੀਂ ਕਿਸੇ ਵੀ ਅਵਸਥਾ ਦੇ ਵਿੱਚ ਹੋਈਏ, ਜਦੋਂ ਅਸੀਂ ਦੂਜੀਆਂ ਬਾਣੀਆਂ ਦੀ ਵਿਆਖਿਆ ਕਰਦੇ ਹਾਂ, ਪੜ੍ਹਦੇ ਸੁਣਦੇ ਹਾਂ, ਤੇ ਮਨ ਕੱਚਾ ਹੁੰਦਾ ਹੈ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਆਪ ਸਭ ਜਾਣਦੇ ਹੀ ਹੋਵੋਗੇ। ਦੋ ਜੋ ਪੈਂਫਲੇਟ ਹਨ, ਦੋ ਟਰੈਕਟ ਜਿਹੜੇ ਪਬਲਿਸ਼ ਕੀਤੇ ਗਏ ਹਨ ਸ਼੍ਰੋਮਣੀ ਕਮੇਟੀ ਵੱਲੋਂ ਵੀ, ਸਵਾਮੀ ਦੰਡੀ ਸੰਨਿਆਸੀ ਜੀ ਦੇ ਸਰਵੋਤਮ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਤੇ ਸਰਵੋਤਮ ਪੰਥ ਖਾਲਸਾ ਪੰਥ, ਉਹਦੇ ਵਿੱਚ ਉਹਨਾਂ ਨੇ ਬਿਆਨ ਹੀ ਇਹੀ ਕੀਤਾ ਹੈ। ਉਹ ਵੱਡੇ ਵਿਦਵਾਨ ਸਨ ਵੇਦਾਂ ਦੇ, ਸ਼ਾਸਤਰਾਂ ਦੇ, ਔਰ ਸਾਰਾ ਜੀਵਨ ਉਹਨਾਂ ਨੇ ਯੋਗ ਸਾਧਨਾ ਤੇ ਇਹਨਾਂ ਚੀਜ਼ਾਂ ਦੇ ਵਿੱਚ ਹੀ ਬਿਤਾਇਆ ਸੀ। ਤੇ ਉਹਨਾਂ ਦੇ ਇੱਕ ਚੇਲੇ ਨੇ ਲਿਖਿਆ ਹੈ ਕਿ ਜਦੋਂ ਉਹਨਾਂ ਦਾ ਅੰਤਮ ਸਮਾਂ ਆਇਆ, ਗੰਗਾ ਦੇ ਕਿਨਾਰੇ ਉਹ ਬੈਠੇ ਸਨ ਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਨੀਰ ਵਗ ਰਿਹਾ ਸੀ, ਰੋ ਰਹੇ ਸਨ, ਜ਼ਾਰੋ ਜ਼ਾਰ ਰੋ ਰਹੇ ਸਨ। ਤੇ ਕਹਿੰਦਾ, ਮੈਂ ਉਹਨਾਂ ਨੂੰ ਪੁੱਛਿਆ ਕਿ ਸਵਾਮੀ ਜੀ ਕੀ ਗੱਲ ਹੋ ਗਈ? ਤੇ ਉਹਨਾਂ ਨੇ ਜਿਹੜੇ ਲਫ਼ਜ਼ ਉਸ ਦੇ ਵਿੱਚ ਲਿਖੇ ਹਨ, ਉਹਨਾਂ ਟਰੈਕਟਾਂ ਦੇ ਵਿੱਚ ਵੀ ਲਿਖੇ ਹਨ कि जीवन भर खाक छानी है, तत् वस्तु गुरु घर में थी, अब हमें एक जन्म और लेना पड़ेगा। तो ये ਜਿਹੜੀ ਅਵਸਥਾ ਉਹਨਾਂ ਦੀ ਹੈ, ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੂੰ ਵੱਡੇ ਧਰਮ ਗ੍ਰੰਥ, ਜਿਨ੍ਹਾਂ ਦੀਆਂ ਫਿਲਾਸਫੀਆਂ ਤੋਂ ਅਸੀਂ ਇੰਪ੍ਰੈਸ ਹੋ ਕੇ ਉਹਨਾਂ ਦੇ ਪਿੱਛੇ ਲੱਗਣਾ ਸ਼ੁਰੂ ਕਰ ਦਿੰਦੇ ਹਾਂ। ਅੱਜ ਅਸੀਂ ਹੋਰ ਧਰਮਾਂ ਦੇ ਜੋ ਕਰਮ ਹਨ, ਗੁਰਬਾਣੀ ਦੇ ਉੱਤੇ ਆਪਣੇ ਵਿਸ਼ਵਾਸ ਨੂੰ ਕੱਚਾ ਕਰਕੇ ਅਸੀਂ ਕਦੀ ਯੋਗ ਮਤ ਦੇ ਪਿੱਛੇ ਲੱਗ ਜਾਂਦੇ ਹਾਂ, ਕਦੀ ਵਿਧਾਨ ਦੇ ਪਿੱਛੇ, ਕਦੀ ਕਿਸੇ ਧਾਰਨਾ ਦੇ ਪਿੱਛੇ ਲੱਗ ਜਾਂਦੇ ਹਾਂ। ਪਰ ਸਤਿਗੁਰੂ ਇੱਥੇ ਸਾਨੂੰ ਕਹਿ ਰਹੇ ਹਨ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਹਰ ਉਹ ਬਾਣੀ ਕੱਚੀ ਹੈ, ਹਰ ਉਹ ਬਾਣੀ ਸਾਨੂੰ ਕੱਚਾ ਬਣਾਉਂਦੀ ਹੈ, ਕਮਜ਼ੋਰ ਬਣਾਉਂਦੀ ਹੈ, ਮਾਇਆ ਦੇ ਅੱਗੇ ਬੇਵਸ ਕਰ ਦਿੰਦੀ ਹੈ, ਜਿਹੜੀ ਉਸ ਪ੍ਰਭੂ ਦੇ ਨਾਲ ਨਹੀਂ ਜੋੜਦੀ, ਪ੍ਰਭੂ ਦੇ ਗੁਣਾਂ ਦੀ ਬਾਣੀ ਨਹੀਂ। ਸਤਿਗੁਰੂ ਜੀ ਨੇ ਇਸ ਤੋਂ ਅਗਲੀ ਪੌੜੀ ਦੇ ਵਿੱਚ ਜੋ ਵਿਆਖਿਆ ਕੀਤੀ ਹੈ, ਸਾਨੂੰ ਗੱਲ ਸਮਝਾਈ ਹੈ, ਉਹ ਇਹਨਾਂ ਦੋਹਾਂ ਪੌੜੀਆਂ ਦਾ ਆਪਾਂ ਇਉਂ ਕਹੀਏ ਕਿ ਤੱਤ ਸਾਰ ਉਹਨਾਂ ਨੇ ਸਾਨੂੰ ਹੋਰ ਖੋਲ ਕੇ ਸਮਝਾ ਦਿੱਤਾ। ਸਮਾਂ ਥੋੜਾ ਜਿਹਾ ਉੱਪਰ ਹੋ ਰਿਹਾ ਹੈ, ਮੈਂ ਮਾਫੀ ਮੰਗਦਾ ਹਾਂ, ਪਰ ਇਹ ਚੁੱਕੇ ਵਿਸ਼ਾ ਨਾਲ ਮਿਲਦਾ ਹੈ। ਅੱਜ ਆਓ ਇਹਦੀ ਵਿਚਾਰ ਵੀ ਆਪਾਂ ਕਰ ਲਈਏ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾ। ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਕਿ ਸਤਿਗੁਰੂ ਦਾ ਸ਼ਬਦ, ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦੀ ਬਾਣੀ, ਇਹ ਰਤਨ ਹੈ, ਰਤਨ ਹੈ, ਅਮੋਲਕ ਦਾਤ ਹੈ। ਔਰ ਇੰਨੀ ਅਮੋਲਕ ਹੈ ਕਿ ਆਪ ਤਾਂ ਇਹ ਰਤਨ ਹੈ ਹੀ, ਔਰ ਇਹਦੇ ਚ ਹੀਰੇ ਜੜੇ ਹੋਏ ਹਨ। ਇਸ ਸ਼ਬਦ ਦੇ ਵਿੱਚ, ਇਸ ਬਾਣੀ ਦੇ ਵਿੱਚ ਹੀਰੇ ਭਾਵ
ਪ੍ਰਭੂ ਦੇ ਗੁਣ, ਉਸ ਅਕਾਲ ਪੁਰਖ ਦੇ ਜੋ ਹੀਰੇ ਵਰਗੇ ਗੁਣ ਹਨ, ਉਹ ਇਹਦੇ ਵਿੱਚ ਜੜੇ ਹੋਏ ਹਨ, ਇਹਦੇ ਵਿੱਚ ਭਰਪੂਰ ਹਨ। ਤੋ ਸਤਿਗੁਰੂ ਜੀ ਦਾ ਸ਼ਬਦ ਜੋ ਹੈ, ਉਹਨਾਂ ਦੀ ਬਾਣੀ ਜੋ ਹੈ, ਇੱਕ ਐਸੀ ਅਮੋਲਕ ਦਾਤ ਹੈ ਜਿਸ ਵਿੱਚ ਪ੍ਰਭੂ ਦੀਆਂ ਵਡਿਆਈਆਂ ਭਰੀਆਂ ਹੋਈਆਂ ਹਨ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾ। ਹੁਣ ਸ਼ਬਦ ਮਾਨੋ ਇੱਕ ਐਸਾ ਰਤਨ ਹੈ, ਐਸੀ ਅਮੋਲਕ ਵਸਤੂ ਹੈ, ਜਿਹਦੇ ਰਾਹੀਂ ਮਨੁੱਖ ਦੇ ਮਨ ਦੇ ਵਿੱਚ ਪ੍ਰਭੂ ਦੀ ਯਾਦ ਟਿਕ ਜਾਂਦੀ ਹੈ, ਜਿਤ ਮਨ ਲਾਗਾ। ਹੁਣ ਇਹ ਸ਼ਬਦ ਰਤਨ ਗੁਰਬਾਣੀ ਜੋ ਹੈ, ਇਹ ਪ੍ਰਭੂ ਨੂੰ ਹਿਰਦੇ ਦੇ ਵਿੱਚ ਟਿਕਾ ਦਿੰਦੀ ਹੈ, ਪ੍ਰਭੂ ਦੀ ਯਾਦ ਨੂੰ ਹਿਰਦੇ ਦੇ ਵਿੱਚ ਟਿਕਾ ਦਿੰਦੀ ਹੈ। ਇਹ ਹੋਆ ਸਮਾਓ, ਉਹਦੇ ਵਿੱਚ ਹੀ ਅਚਰਜ ਲੀਨਤਾ ਬਣੀ ਰਹਿੰਦੀ ਹੈ। ਭਾਵ ਬਾਣੀ ਦੇ ਵਿੱਚ ਜਿਹਨੇ ਆਪਣਾ ਮਨ ਲੀਨ ਕਰ ਲਿਆ, ਉਹਦੇ ਮਨ ਦੇ ਵਿੱਚ ਪ੍ਰਭੂ ਵਸ ਗਿਆ, ਔਰ ਪ੍ਰਭੂ ਦੇ ਵਿੱਚ ਇੱਕ ਬੜੀ ਅਚਰਜ ਆਨੰਦਦਾਇਕ ਵਿਸਮਾਦ ਵਾਲੀ ਅਵਸਥਾ, ਇਹ ਹੋਆ ਸਮਾਓ ਉਹਦੀ ਬਣ ਜਾਂਦੀ। ਬੜੀ ਅਚਰਜ ਲੀਨਤਾ ਪ੍ਰਭੂ ਦੇ ਨਾਮ ਦੇ ਵਿੱਚ, ਪ੍ਰਭੂ ਦੇ ਵਿੱਚ ਹੋ ਜਾਂਦੀ ਹੈ। ਕਿਵੇਂ? ਸ਼ਬਦ ਰਤਨ ਜਿਤ ਮਨ ਲਾਗਾ, ਜਿਨੇ ਮਨ ਦੇ ਵਿੱਚ ਗੁਰਬਾਣੀ ਨੂੰ, ਗੁਰੂ ਦੀ ਸ਼ਬਦ ਰਤਨ ਵਰਗੀ ਅਮੋਲਕ ਗੁਰਬਾਣੀ ਨੂੰ ਵਸਾ ਲਿਆ, ਉਹ ਪ੍ਰਭੂ ਦੀ ਯਾਦ ਦੇ ਵਿੱਚ ਸਮਾ ਜਾਂਦਾ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਵ, ਸੱਚਾ ਭਾਵ ਸਤੇ ਜਿਹੜਾ ਸੱਚਾ ਹੈ, ਸਦਾ ਥਿਰ ਪ੍ਰਭੂ ਹੈ, ਉਹਦੇ ਵਿੱਚ। ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਸ਼ਬਦ ਦੇ ਵਿੱਚ, ਗੁਰੂ ਦੀ ਸਿੱਖਿਆ ਦੇ ਵਿੱਚ, ਗੁਰੂ ਦੀ ਬਾਣੀ ਦੇ ਵਿੱਚ ਸ਼ਬਦ ਸੇਤੀ ਮਨ ਮਿਲਿਆ, ਜੇ ਮਨ ਜੁੜ ਜਾਏ ਤਾਂ ਇਸ ਦੀ ਬਰਕਤ ਨਾਲ ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਲ ਭਾਵ, ਸੱਚਾ ਲਾਇਆ ਭਾਵ, ਉਹਦੇ ਨਾਲ ਪ੍ਰੇਮ ਬਣ ਜਾਂਦਾ, ਸਦੀਵੀ ਪ੍ਰੇਮ ਬਣ ਜਾਂਦਾ ਹੈ। ਇਹ ਬਾਣੀ ਐਸੀ ਉੱਤਮ ਵਸਤੂ ਹੈ, ਐਸਾ ਰਤਨ ਹੈ, ਐਸੀ ਅਮੋਲਕ ਵਸਤੂ ਹੈ ਜਿਹੜੀ ਉਸ ਪ੍ਰਭੂ ਦੇ ਨਾਲ ਪ੍ਰੇਮ ਕਰਵਾ ਦਿੰਦੀ ਹੈ। ਸਤਿਗੁਰੂ ਕਹਿੰਦੇ ਹਨ, ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਤੋ ਜਿਹਦੇ ਵਿੱਚ ਪ੍ਰਭੂ ਦਾ ਪ੍ਰੇਮ ਬਣ ਜਾਂਦਾ, ਉਹਦੇ ਵਿੱਚ, ਉਹਦੇ ਅੰਦਰ ਆਪੇ ਦੇ ਵਿੱਚ ਪ੍ਰਭੂ ਦਾ ਹੀਰਾ ਨਾਮ ਹੀ ਟਿਕਿਆ ਰਹਿੰਦਾ। ਹੀਰਾ ਤੇ ਰਤਨ ਦੋਵੇਂ ਸ਼ਬਦ ਜੋ ਸਤਿਗੁਰੂ ਜੀ ਨੇ ਵਰਤੇ ਹਨ ਕਿ ਇਹ ਹੀਰਾ ਨਾਮ ਜੋ ਹੈ, ਇਹ ਰਤਨ ਹੈ, ਇਹ ਉਸਦੇ ਅੰਦਰ ਪ੍ਰਭੂ ਦਾ ਹੀਰਾ, ਪ੍ਰਭੂ ਦਾ ਰਤਨ ਨਾਮ ਟਿਕ ਜਾਂਦਾ ਹੈ। ਪਰ ਇਹ ਦਾਤ ਮਿਲਦੀ ਕਿਸ ਨੂੰ ਹੈ? ਜਿਸ ਨੂੰ ਦੇ ਬੁਝਾਏ, ਜਿਸ ਨੂੰ ਪ੍ਰਭੂ ਆਪ ਸੂਝ ਬਖਸ਼ਦਾ। ਉਹਦੀ ਮਿਹਰ ਤੋਂ ਬਿਨਾਂ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਉਹਦੀ ਬਖਸ਼ਿਸ਼ ਨਦਰ ਕਰਨ ਦੀ ਸਤਿਗੁਰੂ ਜੀ ਨੇ ਅੱਗੇ ਗੱਲ ਕੀਤੀ ਸੀ, ਉਹੀ ਗੱਲ ਇੱਥੇ ਰਿਪੀਟ ਕਰਕੇ ਸਾਨੂੰ ਸਮਝਾ ਰਹੇ ਹਨ ਕਿ ਜਿਸ ਨੂੰ ਪ੍ਰਭੂ ਇਹ ਬਖਸ਼ਿਸ਼ ਕਰਦਾ ਹੈ ਤੇ ਉਹਨੂੰ ਇਹ ਗੱਲ ਸੂਝ ਬੁਝਾ ਦਿੰਦਾ ਹੈ, ਉਹਦੀ ਸਮਝ ਦੇ ਵਿੱਚ ਵਸਾ ਦਿੰਦਾ ਹੈ, ਫਿਰ ਉਹਦੇ ਅੰਦਰ ਇਹ ਹੀਰਾ ਰਤਨ ਪ੍ਰਭੂ ਦਾ ਨਾਮ ਵਸ ਜਾਂਦਾ ਹੈ, ਉਹਦੇ ਆਪਣੇ ਅੰਦਰ ਵਸ ਜਾਂਦਾ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਤੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਸਾਡੇ ਤੇ ਬਖਸ਼ਿਸ਼ ਕਰ ਰਹੇ ਹਨ, ਕਹਿ ਰਹੇ ਹਨ ਕਿ ਗੁਰੂ ਦਾ ਸ਼ਬਦ ਜੋ ਹੈ ਇਹ ਮਾਨੋ ਰਤਨ ਹੈ, ਬੜੀ ਅਮੋਲਕ ਵਸਤੂ ਹੈ। ਹੀਰਾ ਜਿਤ ਜੜਾਓ, ਜਿਹਦੇ ਚ ਪ੍ਰਭੂ ਦੇ ਨਾਮ ਦਾ ਹੀਰਾ ਜੜਿਆ ਹੋਇਆ। ਤੋ ਇਹ ਗੁਰਬਾਣੀ ਜੋ ਹੈ ਇਹ ਇੱਕ ਅਮੋਲਕ ਰਤਨ ਹੈ ਜਿਹਦੇ ਵਿੱਚ ਹੀਰੇ ਜੜੇ ਹੋਏ ਹਨ। ਅਸੀਂ ਇਹ ਤਾਂ ਸੁਣਦੇ ਹਾਂ ਕਿ ਗਹਿਣਿਆਂ ਦੇ ਵਿੱਚ ਰਤਨ ਜੜੇ ਜਾਂਦੇ ਹਨ, ਗਹਿਣਿਆਂ ਦੇ ਵਿੱਚ ਹੀਰੇ ਜੜੇ ਜਾਂਦੇ ਹਨ, ਪਰ ਇਹ ਤਾਂ ਉਹ ਰਤਨ ਹੈ ਜਿਹਦੇ ਵਿੱਚ ਹੀਰੇ ਜੜੇ ਗਏ ਹਨ। ਅਸੀਂ ਜਰਾ ਇਹਨੂੰ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਦੇਖੀਏ ਕਿ ਕੈਸੀ ਕੀਮਤੀ ਵਸਤੂ ਸਤਿਗੁਰੂ ਸਾਨੂੰ ਦੇ ਗਏ ਹਨ ਕਿ ਇਹ ਜਿਹੜੀ ਬਾਣੀ ਹੈ ਇਹ ਅਮੋਲਕ ਦਾਤ ਹੈ। ਇਹਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਭਰੀ ਹੋਈ ਹੈ, ਸਭ ਤੋਂ ਅਮੋਲਕ ਵਸਤੂ ਭਰੀ ਹੋਈ ਹੈ। ਔਰ ਜਿਹੜਾ ਮਨੁੱਖ ਇਸ ਬਾਣੀ ਨਾਲ ਇਹ ਮਨ ਨੂੰ ਜੋੜਦਾ ਹੈ, ਉਹਦੇ ਅੰਦਰ ਪ੍ਰਭੂ ਦਾ ਪ੍ਰੇਮ ਬਣ ਜਾਂਦਾ ਹੈ। ਤੇ ਜਿੱਥੇ ਪ੍ਰਭੂ ਦਾ ਪ੍ਰੇਮ ਹੈ, ਆਨੰਦ ਉੱਥੇ ਹੀ ਹੈ, ਨਾਮ ਸਿਮਰਨ ਉੱਥੇ ਹੀ ਹੈ, ਪ੍ਰਭੂ ਮਿਲਾਪ ਉੱਥੇ ਹੀ ਹੈ ਜਿੱਥੇ ਪ੍ਰਭੂ ਦਾ ਪ੍ਰੇਮ ਹੈ। ਉਸ ਤੋਂ ਬਿਨਾਂ ਇਹ ਵਸਤੂਆਂ ਪ੍ਰਾਪਤ ਨਹੀਂ ਹੋ ਸਕਦੀਆਂ, ਆਨੰਦ ਦੀ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਤੋ ਇਸ ਪੌੜੀ ਦੀ ਰੋਸ਼ਨੀ ਦੇ ਵਿੱਚ ਅਗਰ ਅਸੀਂ ਸੱਚੀ ਬਾਣੀ ਤੇ ਕੱਚੀ ਬਾਣੀ ਦੇ ਵਿਚਾਰ ਕਰੀਏ ਤਾਂ ਗੱਲ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਇਹਨਾਂ ਤਿੰਨਾਂ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਗੁਰਬਾਣੀ ਦੀ ਮਹੱਤਤਾ ਇੱਕ ਸਿੱਖ ਦੇ ਜੀਵਨ ਦੇ ਵਿੱਚ ਕੀ ਹੋਣੀ ਚਾਹੀਦੀ ਹੈ, ਸਤਿਗੁਰੂ ਜੀ ਨੇ ਉਹ ਸਮਝਾ ਦਿੱਤੀ ਹੈ। ਇਹ ਬਾਣੀ ਦੀ ਜੋ ਸਾਡੇ ਮਨ ਦੇ ਵਿੱਚ ਸਥਾਨ ਹੈ
ਉਹ ਇੱਕ ਕੀਮਤੀ ਰਤਨ ਵਾਲਾ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਹੀਰੇ ਜੜੇ ਹੋਏ ਹਨ। ਇਸ ਬਾਣੀ ਦੇ ਨਾਲ ਸਾਡੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ। ਇਹਦੇ ਵਿੱਚ ਪ੍ਰਭੂ ਦੇ ਗੁਣ ਹਨ, ਜਿਹੜੇ ਇਸ ਬਾਣੀ ਨਾਲ ਜੁੜਨ ਨਾਲ ਸਾਡੇ ਮਨ ਦੇ ਵਿੱਚ ਪ੍ਰਭੂ ਦੇ ਵਾਸਤੇ ਪਿਆਰ ਪੈਦਾ ਕਰਦੇ ਹਨ। ਇਸੇ ਕਰਕੇ ਹੀ ਸਤਿਗੁਰੂ ਜੀ ਨੇ ਗੱਲ ਸ਼ੁਰੂ ਕੀਤੀ ਸੀ ਕਿ ਇਹ ਜਿਹੜੀ ਬਾਣੀ ਹੈ, ਇਹ ਗਾਵੋ ਸੱਚੀ ਬਾਣੀ ਦੀ ਸਤਿਗੁਰੂ ਜੀ ਨੇ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਇਹ ਹੀਰੇ ਜੜੀ ਸ਼ਬਦ ਰਤਨ ਹੈ, ਇਹ ਸੱਚੀ ਬਾਣੀ ਹੈ। ਤੇ ਹੇ ਮੇਰੇ ਗੁਰਸਿੱਖੋ, ਮਤਾ ਇਹ ਸੱਚੀ ਬਾਣੀ ਨੂੰ ਛੱਡ ਕੇ ਹੋਰ ਕਿਸੇ ਵੀ ਕਿਸਮ ਦੀ ਕੱਚੀ ਬਾਣੀ ਨਾਲ ਨਾ ਜੁੜ ਜਾਏ। ਇਹਦੇ ਨਾਲ ਹੀ ਜੁੜਨਾ ਪੈਂਦਾ ਹੈ। ਇਹ ਸਿੱਖ ਦਾ ਕੰਮ ਇਹੀ ਹੈ, ਕਿਉਂਕਿ ਬਾਣੀ ਨਾਲ ਜੁੜ ਕੇ ਗੁਰਬਾਣੀ ਬਣੀ ਹੈ। ਸਾਡੇ ਜੀਵਨ ਦਾ ਜਿਹੜਾ ਏਮ ਹੈ, ਟਾਰਗੇਟ ਹੈ, ਉਹ ਇਹੀ ਹੋਣਾ ਪੈਂਦਾ ਹੈ। ਸਮਾਂ ਮੈਂ ਜ਼ਿਆਦਾ ਲੈ ਗਿਆ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਪ੍ਰਭ ਕੀਰਤਨ ਸਿੰਘ ਜੀ। ਸਤਿਗੁਰੂ ਜੀ ਦੇ ਸੁਨਹਿਰੀ ਉਪਦੇਸ਼, ਗੁਰੂ ਸ਼ਬਦ, ਗੁਰਬਾਣੀ ਦੇ ਸੰਬੰਧ ਵਿੱਚ ਜੋ ਸਤਿਗੁਰੂ ਜੀ ਨੇ ਸਾਨੂੰ ਦ੍ਰਿੜ ਕਰਵਾਏ ਹਨ, ਆਪ ਜੀ ਨੇ ਭਰਪੂਰ ਜਾਣਕਾਰੀ ਉਸਦੀ ਬਖਸ਼ੀ ਹੈ। ਕਿੰਨੇ ਸਪਸ਼ਟ ਵਿਚਾਰ ਗੁਰੂ ਅਮਰਦਾਸ ਮਹਾਰਾਜ ਨੇ ਇਹਨਾਂ ਸ਼ਬਦਾਂ ਰਾਹੀਂ ਸਾਨੂੰ, ਇਹਨਾਂ ਪੌੜੀਆਂ ਰਾਹੀਂ ਦਿੱਤੇ ਹਨ। ਇੰਨੇ ਸਪਸ਼ਟ ਵਿਚਾਰ ਹੁੰਦਿਆਂ ਹੋਇਆਂ ਵੀ ਫਿਰ ਅਸੀਂ ਗਲਤੀ, ਟਪਲੇ, ਭੁਲੇਖੇ ਉਸ ਜਾਲ 'ਚ ਫਸ ਜਾਂਦੇ ਹਾਂ। ਜੋ ਗੁਰੂ ਪਾਤਸ਼ਾਹ ਜੀ ਨੇ ਸਪਸ਼ਟ ਗੱਲ ਕਰ ਦਿੱਤੀ ਵੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਕੀ ਬੋਲ ਕੱਚੇ ਹਨ। ਫਿਰ ਅਸੀਂ ਫੂਕੀਆਂ ਧਾਰਨਾ ਲੈ ਕੇ, ਕੱਚੀਆਂ ਟੀਕਾਂ ਲੈ ਕੇ, ਗਾਣੇ ਗੀਤ ਬਣਾ ਕੇ ਉਹਨੂੰ ਗਾਈਏ। ਇਹਦੇ ਮੁਕਾਬਲੇ ਦੇ ਉੱਤੇ ਬਹੁਤ ਸਾਰੇ ਆਪ ਜੀ ਨੇ ਦੇਖਿਆ ਹੋਵੇਗਾ, ਜਿਨ੍ਹਾਂ ਨੂੰ ਅਸੀਂ ਸੰਤ ਪਦਵੀ ਦਿੱਤੀ ਹੈ, ਗੋਲ ਪੱਗਾਂ ਬੰਨ੍ਹ ਕੇ ਅਸੀਂ ਧਾਰਨਾ ਲਾ ਕੇ ਬਾਣੀ ਦੀਆਂ ਕੱਚੀਆਂ ਧਾਰਨਾ ਲਾ ਕੇ, ਅਖੇ ਜੀ ਸੌਖੀ ਹੈ, ਸੰਗਤ ਨੂੰ ਛੇਤੀ ਸਮਝ ਆ ਜਾਂਦੀ ਹੈ। ਭਲਿਓ, ਜੇ ਸੰਗਤ ਨੂੰ ਸਮਝ ਨਾ ਆਉਂਦੀ ਹੁੰਦੀ ਤੇ ਗੁਰੂ ਪਾਤਸ਼ਾਹ ਬਾਣੀ ਉਚਾਰਦੇ ਹੀ ਕਿਉਂ? ਕੈਸੀ ਦਲੀਲ, ਨਰਮੂਲ ਜੀ ਦਲੀਲ ਸਾਡੇ ਸਾਹਮਣੇ ਰੱਖ ਦਿੰਦੇ ਨੇ। ਆਮ ਤੌਰ ਤੇ ਕਈ ਪੰਕਤੀਆਂ ਐਸੀਆਂ ਪ੍ਰਚਲਿਤ ਹੋ ਗਈਆਂ ਜਿਹੜਾ ਗੁਰਬਾਣੀ ਨਾਲ ਸੰਬੰਧ ਵੀ ਨਹੀਂ ਹੈ, ਜਿਵੇਂ ਨਾਨਕ ਨੀਵਾਂ ਜੋ ਚਲੇ ਲੱਗੇ ਨਾ ਤੱਤੀ ਵਾਓ। ਆਮ ਤੁਸੀਂ ਦੇਖਿਆ ਹੋਵੇਗਾ ਪੰਜਾਬ ਦੇ ਪਿੰਡਾਂ ਦੀਆਂ ਟਰਾਲੀਆਂ ਦੇ ਉੱਤੇ ਵੀ ਇਹ ਪੰਕਤੀ ਲਿਖੀ ਹੋਈ ਮਿਲਦੀ ਹੈ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪੰਕਤੀ ਹੈ ਹੀ ਕੋਈ ਨਹੀਂ। ਫਿਰ ਨਾਨਕ ਦੁਖੀਆ ਸਭ ਸੰਸਾਰ ਤਾਂ ਹੈ, ਪਰ ਅੱਗੇ ਸੋ ਸੁਖੀਆ ਜਿਸ ਨਾਮ ਆਧਾਰ, ਸੋ ਸੁਖੀਆ ਜਿਸ ਨਾਮ ਆਧਾਰ ਦੀ ਕੋਈ ਪੰਕਤੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਨਹੀਂ ਹੈ। ਤਾਂ ਫਿਰ ਇਹ ਕੱਚੀਆਂ ਪੰਕਤੀਆਂ ਰਲਾ ਕੇ ਜਾਂ ਮਿਲਾਵਟ ਕਰਨ ਦਾ ਯਤਨ ਕੀਤਾ ਗਿਆ, ਉਦੋਂ ਤੋਂ ਹੀ ਯਤਨ ਹੁੰਦਾ ਰਿਹਾ, ਜਿਹਦਾ ਜ਼ਿਕਰ ਵੀਰ ਜੀ ਨੇ, ਪ੍ਰਭ ਕੀਰਤਨ ਸਿੰਘ ਜੀ ਨੇ ਕੀਤਾ। ਮਿਹਰਬਾਨ ਕਿ ਹੋਰ ਉਸ ਵੇਲੇ ਜਿਹੜੇ ਸ਼ਰੀਕ ਬਣ ਬੈਠੇ ਸੀ ਗੁਰੂ ਘਰ ਦੇ, ਉਹਨਾਂ ਨੇ ਆਪਣੇ ਗ੍ਰੰਥ ਲਿਖਣੇ ਸ਼ੁਰੂ ਕੀਤੇ ਸਨ, ਲੇਕਿਨ ਸੰਗਤ ਨੇ ਪਰਵਾਹ ਨਹੀਂ ਕੀਤੇ। ਸੰਗਤ ਨੇ ਗੁਰੂ ਦੇ ਜਿਹੜੇ ਬੋਲ ਸਨ, ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜੇ ਬਾਣੀ ਦੇ ਸੰਬੰਧ 'ਚ, ਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਹੈ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰ ਹਾਰੀ ਰੇ। ਆਸਾ ਰਾਗ ਦੇ ਬੋਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇਸ ਬਾਣੀ ਦੇ ਸੰਬੰਧ 'ਚ ਹਨ। ਤੁਮਾਰੀ ਪਿਆਰੀ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਰਸ ਚੁੰਦਾ ਹੈ, ਇਹ ਪਿਆਰੀ ਹੈ ਸਾਡੀ। ਗੁਰੂ ਨੇ ਨਿਮਖ ਨਾ ਮਨ ਤੇ ਟਾਰੀ ਦੇ, ਇੱਕ ਅੱਖ ਦੇ ਫੋਰ ਜਿੰਨਾ ਸਮਾਂ ਵੀ ਭੁੱਲਣ ਨੇ। ਦਰਸ਼ਨ, ਇਸ ਬਾਣੀ ਦੇ ਦਰਸ਼ਨਾਂ ਨਾਲ, ਇਸ ਬਾਣੀ ਦੇ ਛੋਹ ਨਾਲ, ਭਾਵ ਹਿਰਦੇ ਨੂੰ ਛੋਹ ਜਾਵੇ, ਅੰਦਰ ਰਸ ਨਾਲ ਭਰ ਜਾਂਦਾ ਹੈ, ਹਰ ਸੰਖੇੜੇ ਖੁਸ਼ੀ ਆਨੰਦ ਨਾਲ ਭਰ ਜਾਂਦਾ ਹੈ। ਰੰਗ ਰੰਗੀ ਕਰਤਾਰ, ਇਹ ਕਰਤਾਰ ਦੇ ਰੰਗ ਵਿੱਚ ਰੰਗ ਦਿੰਦੀ ਹੈ।
ਇਹ ਬੋਲ ਗੁਰੂ ਨਾਨਕ ਦੇ ਜੋ ਗੁਰੂਆਂ ਦੇ ਬੋਲ ਹਨ, ਇਹ ਰੰਗ ਕਰਤਾਰ ਦੇ ਰੰਗ ਵਿੱਚ ਰੰਗ ਦਿੰਦੇ ਹਨ। ਖਿਨ ਰਮ, ਇੱਕ ਖਿਨ, ਫਿਰ ਗੁਰੂ ਤੱਕ ਪਹੁੰਚ ਬਣਦੀ ਹੈ, ਗੁਰੂ ਤੱਕ ਮਿਲਾਉਂਦੀ ਹੈ, ਇਹ ਗੁਰੂ ਨੂੰ ਮਿਲਣ ਦਾ ਇਹ ਰਸਤਾ ਹੈ। ਖਿਨ ਰਮ ਗੁਰ ਗਮ, ਫਿਰ ਹਰਦਮ, ਜੇ ਹਰਦਮ ਹੈ ਕਹਿੰਦੇ ਸਵਾਸ ਸਵਾਸ ਕਿਤੇ ਯਾਦ ਆ ਜਾਏ ਤੇ ਨਹਿ ਜਮ, ਮੌਤ ਦਾ ਭੈ ਵੀ ਦੂਰ ਹੋ ਜਾਂਦਾ ਹੈ, ਮੌਤ ਦਾ ਡਰ ਮੁੱਕ ਜਾਂਦਾ ਹੈ। ਹਰ ਕੰਠ ਨਾਨਕ ਔਰ ਹਾਰੀ ਦੇ, ਇਹ ਐਸਾ ਪਿਆਰ ਦੇ ਬੋਲ ਹਨ ਗੁਰੂ ਨਾਨਕ ਪਾਤਸ਼ਾਹ ਦੇ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਆਸਾ ਰਾਗ ਦੇ ਬੋਲਾਂ 'ਚ ਸਾਨੂੰ ਬਾਣੀ ਦੀ ਮਹਾਨਤਾ ਦੱਸੀ ਹੈ। ਮੁਦਾਵਣੀ ਦੇ ਸਾਰੇ ਬੋਲ ਵਿੱਚ ਬਾਣੀ ਦੀ ਮਹਾਨਤਾ ਦੱਸੀ ਹੈ। ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਦਾ ਜ਼ਿਕਰ ਆਉਂਦਾ ਹੈ। ਇੱਕ ਗੌੜੀ ਬੈਰਾਗਰ ਸਰਲੇਖ ਹੇਠ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 162 ਅੰਕ ਤੇ ਦਰਜ ਹੈ ਵੀ ਸਤਿਗੁਰੂ ਧਰਮ ਪ੍ਰਚਾਰ ਲਈ ਜਦੋਂ ਹਰਿਦੁਆਰ ਪਹੁੰਚੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤਾਂ ਉੱਥੇ ਪੰਡਤਾਂ ਨੇ ਪੁੱਛਿਆ, ਗੁਰੂ ਜੀ ਜਦੋਂ ਸੰਸਕ੍ਰਿਤ ਵਿੱਚ ਪਹਿਲਾਂ ਹੀ ਵੇਦਾਂ ਸ਼ਾਸਤਰਾਂ ਦੀ ਬਾਣੀ ਮੌਜੂਦ ਸੀ ਤਾਂ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਬਾਣੀ ਰਚਣ ਦੀ ਲੋੜ ਕੀ ਸੀ? ਵੇਦ ਬਾਣੀ ਤਾਂ ਮਨੁੱਖਤਾ ਦੇ ਕਲਿਆਣ ਨਹੀਂ ਸੀ ਕਰ ਸਕਦੀ, ਇਹ ਵੇਦਾਂ ਦੀ ਇਹ ਰਚਨਾ ਮਨੁੱਖਤਾ ਦਾ ਕਲਿਆਣ ਨਹੀਂ ਕਰ ਸਕਦੀ। ਤਾਂ ਗੁਰੂ ਸਾਹਿਬ ਨੇ ਕਿ ਦਲੀਲ ਬੜੀ ਕਮਾਲ ਦੀ ਦਿੱਤੀ। ਗੁਰੂ ਅਮਰਦਾਸ ਮਹਾਰਾਜ ਦਾ ਉੱਤਰ ਕਮਾਲ ਦਾ ਹੈ। ਕਹਿੰਦੇ ਪੰਡਤ ਜੀ, ਧਰਤੀ 'ਚ ਪਾਣੀ ਤਾਂ ਪਹਿਲਾਂ ਹੀ ਬਹੁਤ ਹੈ, ਪਰ ਬੱਦਲ ਫਿਰ ਵੀ ਵਸਦਾ ਹੈ। ਇਹ ਕਿਉਂ ਵਸਦਾ ਹੈ? ਇਸ ਨੂੰ ਗਿਆਨ ਨਹੀਂ ਕਿ ਖੂਹ, ਨਦੀਆਂ, ਨਾਲੇ, ਸਮੁੰਦਰ ਸੰਸਾਰ 'ਚ ਅੱਗੇ ਚੱਲ ਰਹੇ ਹਨ। ਅਸਲੀਅਤ ਇਹ ਹੈ ਕਿ ਧਰਤੀ ਦੇ ਪਾਣੀ ਨੇ ਇਤਨੀ ਛੇਤੀ ਨਹੀਂ ਪੁੰਗਰਦੀ ਜਿਤਨਾ ਮੀਂਹ ਦੇ ਪਾਣੀ ਨਾਲ ਪੁੰਗਰਦੀ ਹੈ। ਧਰਤੀ ਦੇ ਪਾਣੀ ਤੇ ਮੀਂਹ ਦਾ ਪਾਣੀ ਜਦੋਂ ਪੈਂਦਾ ਹਰ ਪਾਸੇ ਹਰਿਆਵਲ ਲੈ ਕੇ ਆਉਂਦਾ। ਬਸ ਇਹੋ ਹੀ ਫਰਕ ਹੈ। ਇਹ ਸਤਿਗੁਰੂ ਦੀ ਬਾਣੀ ਜਿਹੜੀ ਹੈ ਹਰ ਹਿਰਦੇ ਉੱਤੇ ਸੁੱਕੇ ਹੋਏ ਨੂੰ ਹਰਾ ਕਰ ਦਿੰਦੀ ਹੈ। ਤੇ ਇਸ ਬਾਣੀ ਨਾਲ ਕਿਤੇ ਮੁਹੱਬਤ ਬਣ ਜਾਏ, ਪਿਆਰ ਬਣ ਜਾਏ, ਸੁੱਕੇ ਹਿਰਦੇ ਖਿੜ ਜਾਂਦੇ ਹਨ। ਜਿਹੜੇ ਕੁਮਲਾ ਗਈ ਸੀ ਉਹ ਵੀ ਹਰੀ ਹੋ ਜਾਂਦੀ ਹੈ। ਬੱਦਲ ਵਿੱਚ ਪਾਣੀ ਹੈ, ਪਾਣੀ 'ਚ ਬੱਦਲ ਸਮਾਇਆ ਹੈ। ਇਸ ਤਰ੍ਹਾਂ ਗੁਰੂ ਤੇ ਗੁਰੂ ਦੀ ਬਾਣੀ ਬਸ ਇੱਕੋ ਰੂਪ ਹਨ। ਇਹ ਗੱਲ ਸਾਨੂੰ ਸਤਿਕਾਰ ਨਾਲ ਸਮਝ ਲੈਣੀ ਚਾਹੀਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਇਸ ਬਾਣੀ ਦੀ ਮਹਾਨਤਾ ਦਾ ਜ਼ਿਕਰ ਜਿਹੜਾ ਕੀਤਾ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕਿ ਸਾਨੂੰ ਅਜੇ ਤੱਕ ਵੀ ਇਹ ਸਮਝ ਨਹੀਂ ਆਈ, ਅਸੀਂ ਫਿਰ ਉਹਨਾਂ ਲੋਕਾਂ ਦੇ ਮਗਰ ਲੱਗ ਤੁਰਦੇ ਹਾਂ, ਉਹਨਾਂ ਦੇ ਨਾਲ ਜਾ ਤੁਰਦੇ ਹਾਂ ਜਿਹੜੇ ਲੋਕੀ ਕੱਚੀਆਂ ਉਦਾਹਰਨਾਂ ਦੇ ਦੇ ਕੇ ਸਾਨੂੰ ਮਾਇਆ ਇਕੱਠੀ ਕਰਨ ਦਾ ਸਾਧਨ ਜਿਨ੍ਹਾਂ ਨੇ ਬਣਾ ਲਿਆ। ਜੇ ਅਸੀਂ ਸੱਚਮੁੱਚ ਹੀ ਪਰਖ ਕਰਦੇ ਹਾਂ, ਸੱਚਮੁੱਚ ਹੀ ਅਸੀਂ ਦੇਖਦੇ ਹਾਂ, ਗੁਰੂ ਦੀ ਬਾਣੀ ਦੀ ਵਿਚਾਰ ਅਸੀਂ ਕਰਦੇ ਹਾਂ, ਤਾਂ ਫਿਰ ਕਮਾਲ ਹੈ। ਇੱਕ ਹੋਰ ਬਚਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਲੋਕ 12 ਤੇ ਵਧੀਕ ਚਾਹੁੰਦਾ ਮੈਂ ਕਹਿ ਕੇ ਸਮਾਪਤੀ ਕਰਾਂ। ਗੁਰੂ ਨਾਨਕ ਸਾਹਿਬ ਉੱਥੇ ਇੱਕ ਵਸਤੂ ਨੂੰ ਵਿਹਾਜਨ ਦੀ ਗੱਲ ਸਮਝਾਉਂਦੇ ਨੇ ਸਾਨੂੰ ਜਗਿਆਸੂ ਨੂੰ। ਕਹਿੰਦੇ ਨੇ, ਸੁਣ ਮੁੰਦੇ ਹਰਨਾਖੀਏ ਗੂੜਾ ਵੈਰ ਅਪਾਰ, ਪਹਿਲਾ ਵਸਤ ਸਿਆਨ ਕੈ ਤਾਂ ਕੀਚੇ ਵਾਪਾਰ। ਇਹ ਪੰਕਤੀਆਂ ਵੀ ਬੜੀਆਂ ਕਮਾਲ ਦੀਆਂ ਹਨ। ਦੁਨਿਆਵੀ ਵਿਚਾਰ ਦੇ ਵਿੱਚ ਅਸਲੀ ਤੇ ਨਕਲੀ ਵਸਤੂ ਜਦੋਂ ਅਸੀਂ ਖਰੀਦਣ ਲਈ ਕੋਈ ਨਾ ਕੋਈ ਕਸਵੱਟੀ ਹੁੰਦੀ ਹੈ ਸਾਡੇ ਕੋਲ। ਜਿਹੜੇ ਆਪਾਂ ਸੋਨਾ ਖਰੀਦਣਾ ਹੋਵੇ ਨਾ, ਸੋਨੇ ਦੇ ਸਿੱਕੇ ਹਨ, ਉਹਨਾਂ ਤੇ ਕੇਵਲ ਮੋਹਰ ਦੇਖੀ ਜਾਂਦੀ ਹੈ, ਉਹਨੂੰ ਤੋਲਿਆ ਨਹੀਂ ਜਾਂਦਾ, ਉਹਦਾ weight ਵੀ ਉੱਤੇ ਲਿਖਿਆ ਹੁੰਦਾ। ਉਹ ਨਾ ਉਹਨੂੰ ਤੋਲਿਆ ਜਾਂਦਾ, ਨਾ ਪੁੱਛਿਆ ਜਾਂਦਾ ਵੀ ਅਸਲੀ ਹੈ ਕਿ ਨਕਲੀ ਹੈ। ਇੰਨਾ ਹੀ ਹੁੰਦਾ ਵੀ ਉੱਤੇ ਹਾਲਮਾਰਕ ਲੱਗ ਗਿਆ ਤੇ ਦੂਜਾ ਲੱਗ ਗਿਆ, ਦੈਟਸ ਆਲ, ਇਟਸ ਇਟ ਓਕੇ। ਉਹ ਸੋਨੇ ਦੇ ਸਿੱਕੇ ਜਿਹੜੇ ਨੇ ਉਹ ਉੱਥੇ ਦੇਖ ਕੇ ਖਰੀਦ ਲਏ ਜਾਂਦੇ ਹਨ। ਪਰ ਜੇ ਤੁਸੀਂ ਵੈਸੇ ਖੁੱਲਾ ਸਿੱਧਾ ਖਰੀਦਣਾ ਹੋਵੇ ਤਾਂ ਫਿਰ ਪੁੱਛਿਆ ਜਾਂਦਾ, ਇਹ 'ਚ ਖੋਟ ਤਾਂ ਨਹੀਂ, ਇਹ 'ਚ ਮਿਲਾਵਟ ਤਾਂ ਨਹੀਂ, ਇਹ 'ਚ ਫਲਾਣੀ ਚੀਜ਼ ਤਾਂ ਨਹੀਂ। ਜਦੋਂ ਸਿੱਕੇ ਤੇ ਮੋਹਰ ਹੈ ਫਿਰ ਧਰਮ ਕਾਂਟੇ ਦੇ ਉੱਤੇ ਰੱਖ ਕੇ ਤੋਲਣ ਦੀ ਵੀ ਲੋੜ ਨਹੀਂ ਹੈ। ਤੇ ਜੇ ਸਿੱਕੇ ਤੇ ਮੋਹਰ ਨਹੀਂ ਲੱਗੀ ਉਹਨੂੰ ਫਿਰ ਤੋਲਿਆ ਵੀ ਜਾਂਦਾ ਹੈ, ਉਹਦੇ ਸਵਾਲ ਵੀ ਕੀਤੇ ਜਾਂਦੇ ਆ। ਤੇ ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਸਾਨੂੰ ਸਮਝਾਈ, ਭਲਿਆ ਜੀਵਨ ਦਾ ਸੌਦਾ ਕਰਨਾ ਹੈ
ਵੱਖਰ ਖਰੀਦਣਾ ਤੇ ਉਹ ਖਿਆਲ ਕਰੀ ਕਿਤੇ ਕੱਚਾ ਨਾ ਖਰੀਦ ਲਿਆਈ, ਕਿਤੇ ਕੂੜ ਨਾ ਖਰੀਦ ਲਿਆਈ। ਸੱਚ ਦੀ ਗੱਲ ਕਰੀ ਤੇ ਸੱਚ ਸ਼ਬਦ ਨਾਲ ਜੁੜੀ। ਤੋ ਇਹ ਸੱਚੀ ਬਾਣੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਦੇ ਬਾਰੇ ਸਾਨੂੰ ਇਹ ਗੱਲ ਕਿਹਾ, ਗੁਰੂ ਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ। ਸਤਿਗੁਰੂ ਨੇ ਇਸੇ ਬਾਣੀ ਬਾਰੇ ਕਿਹਾ, ਸਤਿਗੁਰ ਸ਼ਬਦ ਉਜ਼ਾਰੋ ਦੀਪਾ, ਬਿਨਸਿਓ ਅੰਧਕਾਰ ਤੈ ਮੰਦਰ ਰਤਨ ਕੋਛੜੀ ਖੁੱਲੀ ਅਨੂਪਾ। ਆਓ ਇਸ ਸੱਚੀ ਬਾਣੀ ਦੀ ਗੱਲ ਅਸੀਂ ਕਰੀਏ ਤੇ ਬਾਣੀ ਨਾਲ ਜੁੜੀਏ। ਬਾਣੀ ਹੀ ਸਾਡੇ ਜੀਵਨ ਦਾ ਅਸਲ ਵਿੱਚ ਸਿਧਾਂਤ, ਸਾਡੇ ਜੀਵਨ ਦਾ ਅਸਲ ਤੱਤ, ਸਾਡੇ ਜੀਵਨ ਨੂੰ ਸਮਝਣ ਦੀ ਅਸਲ ਪਰਖ ਕਰਨ ਦਾ ਇੱਕ ਢੰਗ ਇਹ ਗੁਰੂ ਦੀ ਸ਼ਬਦ ਹੈ। ਔਰ ਉਹ ਸਤਿਗੁਰੂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਤਿਗੁਰੂ ਜੀ ਨੇ ਅੰਕਿਤ ਕੀਤੀ। ਗੁਰੂ ਬਖਸ਼ਿਸ਼ ਕਰੇ ਕੱਚੀ ਨਾਲ ਹਟ ਕੇ ਅਸੀਂ ਕੱਚੀਆਂ ਗੱਲਾਂ ਛੱਡ ਕੇ ਇਸ ਸੱਚੀ ਬਾਣੀ ਦਾ ਅਧਿਐਨ ਕਰੀਏ ਔਰ ਇਹਦਾ ਆਨੰਦ ਮਾਣੀਏ। ਰਸ ਨਾ ਭਰ ਜਾਏ, ਕਿਉਂਕਿ ਰਸ ਭਰ ਦਿੰਦੀ ਹੈ। ਇਹਦੇ ਇੱਕ ਇੱਕ ਸ਼ਬਦ ਦੇ ਅੰਦਰ ਰਸ ਹੈ। ਇਹ ਰਸ ਮਾਣੀਏ, ਰਸ ਦੇਖੀਏ, ਰਸ ਚੂਸੀਏ, ਰਸ ਦਾ ਆਨੰਦ ਲਈਏ, ਫਿਰ ਗੱਲ ਬਣੇਗੀ। ਸਤਿਗੁਰੂ ਬਖਸ਼ਿਸ਼ ਕਰਨ, ਅੰਦਰ ਸ਼ਬਦ ਦਾ ਵਾਸਾ ਹੋ ਜਾਏ। ਵੀਰ MP ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।